ਵਾਹਿਗੁਰੂ ਸਾਹਿਬ ਜੀਓ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਹਕ ਹਕ ਆਈਨਾ ਗੁਰੂ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ। ਕੋਟ ਬ੍ਰਹਮੰਡਾਂ ਦੇ ਮਾਲਕ ਸਰਕਾਰ ਏ ਕੁੱਲ ਆਲਮ ਪਤਿਤ ਪਾਵਨ ਕਿਰਪਾ ਨਿਧਾਨ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਰਹੂਰ ਸਰਬ ਕਲਾ ਭਰਪੂਰ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ ਤਿੰਨਾਂ ਦੀ ਪਾਵਨ ਮੁਕੱਦਸ ਬਾਰਗਾਹ ਦੇ ਅੰਦਰ ਸੁਭਾਏਮਾਨ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ, ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜੇ ਹੋ। ਖਿਮਾ ਬਖਸ਼ਿਓ, ਪਤਾ ਨਹੀਂ ਕਿੰਨੇ ਕੁ ਇਸ ਤਰ੍ਹਾਂ ਦੇ ਲੋਕ ਹੋਣਗੇ ਜੋ ਇਸ ਵਕਤ ਆਪਣੇ ਆਪਣੇ ਦਰਦਾਂ ਕਰਕੇ ਰੋਗਾਂ ਕਰਕੇ ਹਸਪਤਾਲਾਂ ਦੇ ਅੰਦਰ ਕੁਰਲਾ ਰਹੇ ਹੋਣਗੇ। ਖਿਮਾ ਬਖਸ਼ਿਓ, ਕਿਤਨੇ ਹੀ ਇੰਨੇ ਲੋਕ ਹੋਣਗੇ ਜੋ ਸਫ਼ਰ ਵਿੱਚ ਹੋਰਾਂ ਕੰਮਾਂ ਵਿੱਚ ਆਵਾਜ਼ਾਰ ਹੋ ਰਹੇ ਹੋਣਗੇ। ਪਰ ਸਤਿਗੁਰੂ ਦੀ ਬਖਸ਼ਿਸ਼ ਹੈ ਕਿ ਆਪ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਹੋ। ਤੁਹਾਡਾ ਤਜਰਬਾ ਰਹਿਣਾ ਹੈ, ਬੰਦਾ ਆਪਣੇ ਘਰ ਵਿੱਚ ਉਹਨੂੰ ਹੀ ਬੁਲਾਉਂਦਾ ਜਿਹਦੇ ਨਾਲ ਪਿਆਰ ਹੋਵੇ, ਜਿਹਦੇ ਨਾਲ ਪ੍ਰੇਮ ਹੋਵੇ।
ਜਿਹਦੇ ਨਾਲ ਪਿਆਰ ਹੋਵੇ ਉਹ ਬੰਦਾ ਗਲੀ ਵਿੱਚੋਂ ਵੀ ਲੰਘਦਾ ਹੋਵੇ ਤੇ ਆਪਾਂ ਆਵਾਜ਼ ਮਾਰ ਕੇ ਉਹਨੂੰ ਬੁਲਾ ਹੀ ਲਈਦਾ ਵੀ ਆ ਸੱਜਣਾ 2 ਮਿੰਟ ਹੀ ਘਰ ਵਿੱਚ ਬਈਏ। ਜਿਹਦੇ ਨਾਲ ਸਾਡਾ ਬਹੁਤ ਪਿਆਰ ਹੋਵੇ, ਬੜਾ ਸਨੇਹ ਹੋਵੇ ਨਾ, ਉਹਨੂੰ ਧੱਕੇ ਦੇ ਨਾਲ ਬਾਂਹ ਪਕੜ ਕੇ ਆਵਾਜ਼ਾਂ ਮਾਰ ਮਾਰ ਕੇ ਆਪਣੇ ਘਰ ਵਿੱਚ ਬੁਲਾ ਲਈਦਾ ਵੀ ਭਾਵੇਂ 2 ਮਿੰਟ ਹੀ ਆ ਜਾਓ, 2 ਮਿੰਟ ਸਾਡੇ ਘਰ ਵਿੱਚ ਬਹਿ ਜਾਓ। ਤੇ ਖਿਮਾ ਬਖਸ਼ਿਓ ਜਿਹਦੇ ਨਾਲ ਪਿਆਰ ਨਾ ਹੋਵੇ, ਸਾਚੇ ਵੇ ਉਹ ਮਨੁੱਖ ਗਲੀ ਚੋਂ ਆਉਂਦਾ ਵੀ ਹੋਵੇ ਤੇ ਬੰਦਾ ਵੇਖ ਕੇ ਪਿੱਛੇ ਹਟ ਜਾਂਦਾ ਵੀ ਅੱਗੇ ਲੰਘ ਹੀ ਜਾਵੇ, ਕਿਉਂਕਿ ਉਹਦੇ ਨਾਲ ਪਿਆਰ ਨਹੀਂ ਸਾਡਾ। ਤੇ ਜਿਹਨੂੰ ਇੱਕ ਵਾਰੀ ਆਵਾਜ਼ ਮਾਰ ਕੇ ਬੁਲਾਈਏ, ਇਹਦਾ ਭਾਵ ਸਾਡਾ ਉਹਦੇ ਨਾਲ ਪਿਆਰ ਬੜਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੋਜ਼ ਹੀ ਆਵਾਜ਼ਾਂ ਮਾਰ ਮਾਰ ਕੇ ਸਾਨੂੰ ਬੁਲਾਉਂਦੇ। ਸੋਚੋ ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਕਿੰਨਾ ਪਿਆਰ ਕਰਦੇ ਹੋਣਗੇ। ਤੁਹਾਨੂੰ ਉਹ ਸ਼ਬਦ ਯਾਦ ਹੈ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਵਾਜ਼ ਮਾਰੀ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਿੱਧੇ ਸ਼ਬਦਾਂ ਵਿੱਚ ਆਵਾਜ਼ ਮਾਰ ਕੇ ਆਖਿਆ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਆਓ ਗੁਰੂ ਦੇ ਦਰਬਾਰ ਵਿੱਚ ਜੁੜੀਏ। ਤੁਸੀਂ ਦਾਸ ਤੋਂ ਪਹਿਲਾਂ ਭਾਈ ਸਾਹਿਬ ਜੀ ਦੇ ਰਾਗੀ ਜਥੇ ਪਾਸੋਂ, ਇੱਕ ਵੀਰ ਪਾਸੋਂ ਬੜੀ ਚੜ੍ਹਦੀ ਕਲਾ ਦੇ ਨਾਲ ਸ਼ਬਦ ਕੀਰਤਨ ਤੇ ਕਵਿਤਾ ਸਰਵਣ ਕੀਤੀ ਹੈ। ਆਓ ਦਾਸ ਨੂੰ ਕੁਝ ਕਹਿਣ ਦਾ ਬਲ ਬਖਸ਼ਿਸ਼ ਕਰੋ। ਸਾਰਿਆਂ ਤੋਂ ਪਹਿਲਾਂ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਕੱਦਸ ਫਤਿਹ ਹੈ, ਉਸ ਫਤਿਹ ਦੇ ਰਾਹੀਂ ਦਾਸ ਨੂੰ ਅਸੀਸ ਬਖਸ਼ਿਸ਼ ਕਰੋ। ਅਸਲ ਵਿੱਚ ਇਹ ਫਤਿਹ ਦੀ ਦਾਤ ਵੀ ਸਾਨੂੰ ਬਹੁਤ ਚੜ੍ਹਦੀ ਕਲਾ ਦੇ ਨਾਲ ਪਾਤਸ਼ਾਹ ਨੇ ਟੁੱਟ ਕੇ ਦਿੱਤੀ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ ਜਿੱਤ ਕੇ ਵਾਪਸ ਆ ਰਹੇ ਨਾ, ਤੇ ਉਸ ਵਕਤ ਸਤਿਗੁਰੂ ਦੇ ਸਿਰ ਦੇ ਉੱਤੇ ਪਿਤਾ ਦਾ ਸਾਇਆ ਨਹੀਂ। ਕੇਵਲ 21 ਸਾਲ ਦੀ ਉਮਰ ਸੀ ਔਰ 21 ਸਾਲ ਦੀ ਉਮਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੀ ਜੰਗ ਫਤਿਹ ਕੀਤੀ। 1666 ਵਿੱਚ ਪ੍ਰਕਾਸ਼ ਹੋਇਆ ਤੇ 87 ਭੰਗਾਣੀ ਪਹਿਲਾ ਜੰਗ ਲੜਿਆ ਗਿਆ। ਜਦੋਂ ਸਤਿਗੁਰੂ ਜੀ ਪਹਿਲੀ ਜੰਗ ਜਿੱਤ ਕੇ ਫਤਿਹ ਪਾ ਕੇ ਵਾਪਸ ਆ ਰਹੇ ਆ ਨਾ, ਤੇ ਕੁਝ ਕੁ ਸਿੱਖਾਂ ਨੇ ਅੱਗੋਂ ਜਾ ਕੇ ਤੇ ਪਾਤਸ਼ਾਹ ਨੂੰ ਆਖਿਆ, ਕਲਗੀਆਂ ਵਾਲਿਆ ਤੈਨੂੰ ਵਧਾਈਆਂ ਹੋਣ। ਮੇਰੇ ਸਤਿਗੁਰੂ ਨੇ ਪੁੱਛਿਆ, ਵਧਾਈਆਂ ਕਿਸ ਗੱਲ ਦੀਆਂ? ਤੇ ਸਿੱਖਾਂ ਹੱਥ ਜੋੜ ਕੇ ਆਖਿਆ, ਸਤਿਗੁਰੂ ਜੀ ਤੁਹਾਡੀ ਜੰਗ ਵਿੱਚ ਫਤਿਹ ਹੋ ਗਈ, ਇਸ ਗੱਲ ਦੀਆਂ ਵਧਾਈਆਂ। ਮੇਰੇ ਹਜ਼ੂਰ ਨੇ ਮਿੱਠੀ ਜੀ ਮੁਸਕਰਾਹਟ ਦਿੱਤੀ ਤੇ ਪਾਤਸ਼ਾਹ ਨੇ ਆਖਿਆ, ਨਹੀਂ ਇਹ ਫਤਿਹ ਜੰਗ ਵਿੱਚ ਮੇਰੀ ਨਹੀਂ ਹੋਈ, ਇਹ ਖਾਲਸੇ ਦੀ ਫਤਿਹ ਹੋਈ ਹੈ। ਤੇ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਖਾਲਸਾ ਵੀ ਆਪ ਦਾ ਹੀ ਹੈ, ਜੇ ਖਾਲਸਾ ਤੁਹਾਡਾ ਹੈ ਤੇ ਫਤਿਹ ਵੀ ਤੁਹਾਡੀ ਹੋਈ। ਮੇਰੇ ਹਜ਼ੂਰ ਨੇ ਆਖਿਆ, ਕੋਈ ਸ਼ੱਕ ਨਹੀਂ ਕਿ ਖਾਲਸਾ ਮੇਰੋ ਰੂਪ ਹੈ ਖਾਸ, ਪਰ ਚੇਤੇ ਰੱਖਿਓ ਜੇ ਕੋਈ ਮੇਰੇ ਸਰੀਰ ਦੇ ਨਾਲ ਜੁੜ ਕੇ ਆਖੇ ਵੀ ਖਾਲਸਾ ਮੇਰਾ ਹੈ, ਤੇ ਫਿਰ ਨਾ ਮੇਰਾ ਖਾਲਸਾ ਹੈ ਤੇ ਨਾ ਮੇਰੀ ਫਤਿਹ ਹੈ। ਸਿੱਖਾਂ ਹੱਥ ਜੋੜ ਕੇ ਪੁੱਛਿਆ, ਸਤਿਗੁਰੂ ਜੇ ਖਾਲਸਾ ਤੁਹਾਡਾ ਨਹੀਂ, ਫਤਿਹ ਤੁਹਾਡੀ ਨਹੀਂ, ਹਜ਼ੂਰ ਫਿਰ ਖਾਲਸਾ ਤੇ ਫਤਿਹ ਕਿਹਦੀ ਹੈ? ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਆਖਿਆ, ਜੀ ਇਹ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਵੀ ਉਸ ਵਾਹਿਗੁਰੂ ਦਾ ਤੇ ਫਤਿਹ ਵੀ ਉਸ ਵਾਹਿਗੁਰੂ ਦੀ। ਆਓ ਦੋਵੇਂ ਕਰ ਜੋੜ ਸਾਹਿਬ ਜੀ ਨੂੰ ਸੀਸ ਝੁਕਾ ਕਰਕੇ ਸ਼ਹੀਦਾਂ ਦਿਓ ਵਾਰਸੋ ਗੱਜ ਕੇ ਆਖੋ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਇੱਕ ਇਤਿਹਾਸ ਦੀ ਤੁਹਾਨੂੰ ਇਹ ਘਟਨਾ ਦੱਸੀ ਹੈ ਵੀ ਫਤਿਹ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਮਿਲੀ ਹੈ। ਤੇ ਜਿੰਨੀ ਤੁਸੀਂ ਸੰਗਤ ਗਿਣਤੀ ਦੇ ਵਿੱਚ ਬੈਠੇ ਹੋ, ਆਵਾਜ਼ ਤੇ ਇੱਕ ਬੰਦੇ ਦੀ ਮੇਰੇ ਤੱਕ ਨਹੀਂ ਆਈ, ਖਿਮਾ ਬਖਸ਼ਿਓ। ਇਸ ਕਰਕੇ ਦੁਬਾਰਾ ਗੱਜ ਕੇ ਆਖੋ, ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸਕੱਤਰ ਸਾਹਿਬ ਨੇ
ਤੁਹਾਨੂੰ ਦੱਸ ਦਿੱਤਾ ਹੈ ਵੀ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਦਾਸ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰਨ ਵਾਸਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਭੈਣਾਂ ਨੂੰ ਖਾਸ ਕਰਕੇ। ਵੇਖੋ, ਦੁਨੀਆਦਾਰੀ ਦੀਆਂ ਗੱਲਾਂ ਆਪਾਂ ਰੋਜ਼ ਹੀ ਕਰਨੇ ਆ ਤੇ ਸੱਚ ਐਵੇਂ ਗੱਲਾਂ ਮੁੱਕਣੀਆਂ ਵੀ ਨਹੀਂ। ਕੋਈ ਜਿੰਨੀਆਂ ਮਰਜ਼ੀ ਗੱਲਾਂ ਮੁਕਾਈ ਜਾਵੇ ਪਰ ਇਹ ਗੱਲ ਨਹੀਂ ਮੁੱਕਣੀ। ਮੇਰੀ ਬੇਨਤੀ ਹੈ ਸਤਿਗੁਰੂ ਦੇ ਦਰਬਾਰ ਵਿੱਚ ਆਇਓ ਤੇ ਅੱਗੇ ਹੋ ਕੇ ਇਕਾਗਰਤਾ ਦੇ ਨਾਲ ਬੈਠੋ। ਦਾਸ ਦਾ ਵੀ ਇੰਨੀ ਦੂਰ ਤੋਂ ਸਫ਼ਰ ਕਰਕੇ ਆਇਆ ਥਾਂ ਪੈ ਜਾਏ। ਮੇਰੀ ਬੇਨਤੀ ਹੈ ਪਲੀਜ਼ ਇਕਾਗਰਤਾ ਦੇ ਨਾਲ ਬੈਠੋ। ਜਿਹੜੀ ਭੈਣ ਕੋਈ ਲਾਗੇ ਗੱਲ ਕਰਦੀ ਉਹਨੂੰ ਵੀ ਟੋਕੋ, ਭੈਣੇ ਚੁੱਪ ਕਰ। ਜੇ ਬਹੁਤ ਹੀ ਜ਼ਰੂਰੀ ਗੱਲ ਹੈ ਤੇ ਉਹ ਵੀ ਪੰਡਾਲ ਵਿੱਚੋਂ ਬਾਹਰ ਜਾ ਕੇ ਕਰੋ। ਮੇਰੀ ਬੇਨਤੀ ਹੈ, ਆਸ ਹੈ ਤੁਸੀਂ ਬੇਨਤੀ ਪ੍ਰਵਾਨ ਕਰੋਗੇ। ਆਓ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ 'ਚ ਤੁਸੀਂ ਜਿੰਨੇ ਜੁੜੇ ਹੋ, ਸਭ ਤੋਂ ਪ੍ਰਥਮ ਆਪ ਸਾਰੀਆਂ ਸੰਗਤਾਂ ਨੂੰ ਖਾਲਸਾ ਪੰਥ ਦੀਆਂ ਸਿਰਜਣਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਪੜ੍ਹੋ ਤੇ ਹਜ਼ੂਰ ਨੇ ਬਚਨ ਕੀਤੇ ਕਿ ਭਾਈ ਅੱਜ ਦੁਨੀਆ ਦਾ ਹਰ ਬੰਦਾ ਸੁੱਖ ਚਾਹੁੰਦਾ ਹੈ। ਤੁਸੀਂ ਜਿਤਨੇ ਬੈਠੇ ਹੋ ਮੇਰੇ ਸਮੇਤ, ਸਾਡੇ ਚੋਂ ਹਰ ਬੰਦਾ ਇਹ ਗੁਰੂ ਘਰ ਆ ਕੇ ਤੇ ਸੁੱਖ ਮੰਗਦਾ ਹੈ। ਸਾਡੇ ਚੋਂ ਕੋਈ ਵੀ ਪ੍ਰਾਨੀ ਇਸ ਤਰ੍ਹਾਂ ਦਾ ਨਹੀਂ ਹੋਏਗਾ ਜਿਹੜਾ ਆਖੇ ਜੀ ਮੈਨੂੰ ਸੁੱਖ ਨਹੀਂ ਚਾਹੀਦੇ, ਮੈਨੂੰ ਦੁੱਖ ਮਿਲ ਜਾਣ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕ ਸ਼ਲੋਕ ਬੜਾ ਪਿਆਰਾ ਉਚਾਰਨ ਕੀਤਾ। ਹਜ਼ੂਰ ਨੇ ਆਖਿਆ ਵੀ ਸੁੱਖਾਂ ਨੂੰ ਪਾਉਣ ਵਾਸਤੇ ਬੰਦਾ ਬਹੁਤ ਉਦਮ ਕਰਦਾ ਹੈ, ਬਹੁਤ ਯਤਨ ਕਰਦਾ ਹੈ, ਪਰ ਕਈ ਵਾਰੀ ਇੰਨੇ ਯਤਨ ਕਰਨ ਤੋਂ ਬਾਅਦ ਵੀ ਸੁੱਖ ਨਹੀਂ ਮਿਲਦੇ ਤੇ ਦੁੱਖ ਬੰਦੇ ਨੂੰ ਬਿਨਾਂ ਮੰਗਿਆਂ ਹੀ ਬਹੁਤ ਮਿਲੀ ਜਾ ਰਹੇ ਆ। ਸੁੱਖਾਂ ਵਾਸਤੇ ਯਤਨ ਵੀ ਬਹੁਤ ਕੀਤੇ, ਦੁੱਖਾਂ ਵਾਸਤੇ ਕੋਈ ਯਤਨ ਨਹੀਂ ਕੀਤਾ, ਪਰ ਫਿਰ ਵੀ ਬਹੁਤ ਸਾਰੇ ਜਿਹੜੇ ਦੁੱਖ ਉਹ ਮਨੁੱਖ ਨੂੰ ਮਿਲ ਜਾਂਦੇ ਆ। ਉਹਨੂੰ ਸਾਹਿਬ ਜੀ ਨੇ ਆਪਣੇ ਸ਼ਲੋਕਾਂ ਵਿੱਚ ਬਚਨ ਕੀਤਾ ਕਿ ਯਤਨ ਬਹੁਤ ਸੁਖ ਕੇ ਕੀਏ। ਮੇਰੀ ਬੇਨਤੀ ਹੈ, ਜਿਨ੍ਹਾਂ ਨੂੰ ਗੁਰਬਾਣੀ ਯਾਦ ਹੋਵੇ ਤੁਸੀਂ ਨਾਲ ਪੜ੍ਹਿਓ, ਇਸ ਪਾਵਨ ਧਰਤੀ ਤੇ ਤੁਹਾਡੀ ਹਾਜ਼ਰੀ ਲੱਗ ਜਾਏਗੀ। ਜਿਨ੍ਹਾਂ ਨੂੰ ਬਾਣੀ ਯਾਦ ਹੈ ਸਾਰੇ ਨਾਲ ਪੜ੍ਹਿਓ। ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕਿਉ ਨਾ ਕੋਏ। ਸਾਹਿਬ ਨੇ ਕਿਹਾ ਸੁੱਖਾਂ ਦੇ ਵਾਸਤੇ ਪਤਾ ਨਹੀਂ ਕਿੰਨੇ ਕੁ ਯਤਨ ਕੀਤੇ, ਦੁੱਖਾਂ ਦੇ ਵਾਸਤੇ ਕੋਈ ਯਤਨ ਨਹੀਂ ਕੀਤਾ, ਪਰ ਫਿਰ ਵੀ ਬੰਦੇ ਨੂੰ ਸੁੱਖ ਕਈ ਵਾਰੀ ਮਿਲਦੇ ਨਹੀਂ ਤੇ ਦੁੱਖ ਪਤਾ ਨਹੀਂ ਕਿੰਨੇ ਕੁ ਮਿਲ ਜਾਂਦੇ ਆ। ਸਾਹਿਬ ਨੇ ਕਿਹਾ ਜੇ ਸੱਚੇ ਵਿੱਚ ਕੋਈ ਸੁੱਖ ਲੈਣਾ ਚਾਹੁੰਦਾ ਹੋਵੇ ਨਾ ਤੇ ਉਹਨੂੰ ਇੱਕ ਕਾਰਜ ਕਰਨਾ ਚਾਹੀਦਾ ਹੈ। ਮੈਨੂੰ ਯਾਦ ਹੈ ਮੈਂ ਇੱਕ ਵਾਰੀ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਅਸਲ ਵਿੱਚ ਬੰਦਾ ਦੁਖੀ ਕਿਉਂ ਹੈ? ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਬੇਟਾ ਬੰਦਾ ਤਿੰਨ ਕਾਰਨਾਂ ਦੇ ਕਰਕੇ ਦੁਖੀ ਹੈ। ਪਹਿਲੀ ਗੱਲ ਤੇ ਸਾਹਿਬ ਨੇ ਕਿਹਾ ਬੰਦਾ ਆਪਣੇ ਦੁੱਖਾਂ ਦੇ ਕਰਕੇ, ਉਹ ਦੁੱਖ ਜਿਹੜੇ ਇਸ ਮਨੁੱਖ ਨੂੰ ਕੁਦਰਤ ਨੇ ਨਹੀਂ ਦਿੱਤੇ, ਇਸ ਮਨੁੱਖ ਨੇ ਆਪ ਸਹੇੜ ਲਏ ਨੇ। ਉਹ ਕਿਸ ਤਰ੍ਹਾਂ ਦੇ ਦੁੱਖ? ਖਿਮਾ ਬਖਸ਼ਿਓ ਪਰ ਇਹ ਹੈ ਸੱਚਾਈ, ਅੱਜ ਬੰਦਾ ਆਪਣੇ ਦੁੱਖਾਂ ਦੇ ਘਟ ਕੇ ਘੱਟ ਦੁਖੀ ਹੈ ਤੇ ਗੁਆਂਢੀ ਦੇ ਸੁੱਖਾਂ ਨੂੰ ਵੇਖ ਕੇ ਜ਼ਿਆਦਾ ਦੁਖੀ ਹੈ। ਮੇਰੇ ਬੱਚੇ ਆਪ ਕਿਸੇ ਮੁਕਾਮ ਤੇ ਨਹੀਂ ਪਹੁੰਚੇ, ਇਹਦਾ ਦੁੱਖ ਘੱਟ ਸਤਾ ਰਿਹਾ ਹੈ, ਤੇ ਗੁਆਂਢੀ ਦੇ ਬੱਚੇ ਤਿੰਨ ਤੇ ਤਿੰਨੇ ਹੀ ਬਾਹਰ ਚਲੇ ਗਏ, ਇਹਦਾ ਦੁੱਖ ਬਹੁਤ ਵੱਡਾ ਸਤਾ ਰਿਹਾ ਹੈ। ਹਜ਼ੂਰ ਨੇ ਆਖਿਆ ਪਹਿਲੀ ਗੱਲ ਤੇ ਦੁੱਖ ਇਹ ਹੈ। ਦੂਜੀ ਗੱਲ ਫਿਰ ਬੰਦਾ ਆਪਣੇ ਰੋਗਾਂ ਦੇ ਕਰਕੇ ਦੁਖੀ ਹੈ। ਜਿਸ ਘਰ ਵਿੱਚ ਚਲੇ ਜਾਓ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਦਾ ਗ੍ਰਸਿਆ ਹੋਇਆ ਹੈ, ਹਰ ਬੰਦਾ ਕਿਸੇ ਨਾ ਕਿਸੇ ਰੋਗ ਦਾ ਗ੍ਰਸਿਆ ਹੋਇਆ ਹੈ। ਸਾਹਿਬ ਨੇ ਕਿਹਾ ਤੀਸਰਾ ਕਾਰਨ ਹੈ ਬੰਦਾ ਆਪਣੇ ਸੰਤਾਪ ਦੇ ਕਰਕੇ, ਆਪਣੀਆਂ ਚਿੰਤਾਵਾਂ ਦੇ ਕਰਕੇ ਦੁਖੀ ਹੈ। ਹਰ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦੀ ਚਿੰਤਾ ਹੈ, ਕਿਸੇ ਨੂੰ ਵਪਾਰ ਦੀ ਚਿੰਤਾ, ਕਿਸੇ ਨੂੰ ਆਪਣੇ ਬੱਚਿਆਂ ਦੀ ਚਿੰਤਾ। ਇਹ ਮਾੜੀ ਸੰਗਤ 'ਚ ਨਾ ਪੈ ਜਾਏ। ਤੇ ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੀ ਕੰਮ ਕਰੀਏ ਕਿ ਸਾਡੇ ਦੁੱਖ ਵੀ ਲੈ ਜਾਣ, ਸਾਡੇ ਰੋਗ ਵੀ ਹਟ ਜਾਣ,
ਸਾਡੀਆਂ ਚਿੰਤਾਵਾਂ ਵੀ ਮੁੱਕ ਜਾਣ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤਾ, ਆਖਿਆ ਬੇਟਾ ਇੱਕ ਕੰਮ ਕਰ ਲਓ ਤੇ ਤੁਹਾਡੀਆਂ ਤਿੰਨੇ ਚੀਜ਼ਾਂ ਦੂਰ ਹੋ ਜਾਣਗੀਆਂ। ਤੁਹਾਡੇ ਦੁੱਖ ਵੀ ਲੱਥ ਜਾਣੇ, ਰੋਗ ਵੀ ਲੱਥ ਜਾਣੇ ਤੇ ਚਿੰਤਾਵਾਂ ਵੀ ਲੱਥ ਜਾਣਗੀਆਂ। ਹਜ਼ੂਰ ਕੀ ਕਰੀਏ? ਉਹਨੂੰ ਫਿਰ ਮੇਰੇ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਉਹ ਤੁਸੀਂ ਰੋਜ਼ ਪੜ੍ਹਦੇ ਹੋ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਹਜ਼ੂਰ ਨੇ ਕਿਹਾ ਉਹ ਤੇਰੇ ਦੁੱਖ ਵੀ ਲੈ ਜਾਣਗੇ, ਰੋਗ ਚਿੰਤਾਵਾਂ ਵੀ ਹਟ ਜਾਣਗੀਆਂ, ਬਸ ਸ਼ਰਤ ਇੱਕ ਹੈ ਵੀ ਤੂੰ ਗੁਰੂ ਘਰ ਆ ਕੇ ਗੁਰੂ ਦੀ ਬਾਣੀ ਪੜ੍ਹਿਆ ਕਰ। ਆਓ ਜਿਹੜਾ ਪਾਵਨ ਖਾਲਸਾ ਸਾਜਨਾ ਦਿਵਸ ਤੁਸੀਂ ਮਨਾ ਰਹੇ ਹੋ, ਅਸਲ ਵਿੱਚ ਸਾਹਿਬ ਜੀ ਨੂੰ ਜ਼ਰੂਰਤ ਕਿਉਂ ਪਈ ਇਸ ਤਰ੍ਹਾਂ ਖਾਲਸਾ ਸਥਾਪਿਤ ਸਾਜਨਾ ਕਰਨ ਦੀ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਮੁੱਢ ਕਿੱਥੋਂ ਵੱਜਾ ਕਿ ਸਤਿਗੁਰੂ ਜੀ ਨੇ ਖਾਲਸਾ ਪੰਥ ਜਿਹੜਾ ਸੀ ਉਹ ਸਾਜਿਆ। ਆਓ ਇਤਿਹਾਸ ਦੀਆਂ ਕੁਝ ਕੁ ਘਟਨਾਵਾਂ ਮੈਂ ਆਪ ਦੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਉਸ ਤੋਂ ਪ੍ਰਥਮ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਮੈਂ ਪੁਰਜ਼ੋਰ ਬੇਨਤੀ ਕੀਤੀ ਪਰ ਭੈਣਾਂ ਹਾਲੇ ਵੀ ਨਹੀਂ ਹਟ ਰਹੀਆਂ। ਲਗਾਤਾਰ ਗੱਲਾਂ ਦਾ ਪ੍ਰਵਾਹ ਚੱਲ ਰਿਹਾ ਹੈ, ਲਗਾਤਾਰ ਗੱਲਾਂ ਦਾ। ਮੇਰੀ ਬੇਨਤੀ ਹੈ ਵੀ ਜੇ ਇਸ ਤਰ੍ਹਾਂ ਗੱਲਾਂ ਕਰਨੀਆਂ ਫਿਰ ਪਲੀਜ਼ ਪੰਡਾਲ ਵਿੱਚੋਂ ਬਾਹਰ ਚਲੇ ਜਾਓ। ਇਕਾਗਰਤਾ ਬਾਕੀ ਦੂਜਿਆਂ ਦੀ ਵੀ ਭੰਗ ਹੁੰਦੀ ਹੈ। ਹੱਥ ਜੋੜ ਕੇ ਬੇਨਤੀ ਹੈ, ਪਲੀਜ਼ ਇਕਾਗਰਤਾ ਦੀ ਦਾਤ ਬਖਸ਼ ਕੇ ਚੁੱਪ ਦਾ ਦਾਨ ਬਖਸ਼ੋ। ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਚੌਂਕੜੇ ਸਜਾ ਕੇ ਬੈਠੋ, ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਆਏ ਹੋ ਤੇ ਕੁਝ ਸਿੱਖ ਕੇ ਇੱਥੋਂ ਜਾਓ। ਹਜ਼ੂਰ ਨੇ ਬਚਨ ਕੀਤੇ, ਆਖਿਆ ਦੁਨੀਆ ਦਾ ਹਰ ਬੰਦਾ ਹੀ ਸੁੱਖ ਚਾਹੁੰਦਾ ਹੈ। ਵਾਹਿਗੁਰੂ ਜੀ ਜੇ ਗੁਰੂ ਘਰ ਵਿੱਚ ਆ ਜਾਈਏ ਤੇ ਕੀ ਗੱਲ ਸਾਡੇ ਦੁੱਖ ਲੈ ਜਾਣਗੇ, ਸਾਡੀਆਂ ਚਿੰਤਾਵਾਂ, ਸਾਡੇ ਸੰਤਾਪ ਦੂਰ ਹੋ ਜਾਣਗੇ? ਤੇ ਮੇਰੇ ਹਜ਼ੂਰ ਨੇ ਆਖਿਆ ਸੱਚਮੁੱਚ ਦੂਰ ਹੋ ਜਾਂਦੇ ਆ। ਲਾਹੌਰ ਸ਼ਹਿਰ ਦਾ ਇੱਕ ਬਹੁਤ ਵੱਡਾ ਲਾਹੌਰ ਦਰਬਾਰ ਵਿੱਚ ਸੱਜਿਆ ਕਰਦਾ ਸੀ ਤੇ ਉਸ ਦਰਬਾਰ ਦੇ ਵਿੱਚ ਇੱਕ ਬਹੁਤ ਵੱਡਾ ਅਹਿਲਕਾਰ ਸੀ ਤੇ ਉਹਦਾ ਨਾਮ ਵੀ ਵਜ਼ੀਰ ਖਾਂ। ਲਾਹੌਰ ਦੇ ਵਿੱਚ ਦਰਬਾਰ ਸੱਜਦਾ ਤੇ ਦਰਬਾਰ ਦੇ ਵਿੱਚ ਵਜ਼ੀਰ ਦੇ ਅਹੁਦੇ ਤੇ ਇੱਕ ਮਨੁੱਖ ਕੰਮ ਕਰਦਾ, ਉਹਦਾ ਅਹੁਦਾ ਵੀ ਵਜ਼ੀਰ ਦਾ ਤੇ ਉਹਦਾ ਨਾਮ ਵੀ ਵਜ਼ੀਰ ਖਾਂ ਸੀ। ਰੱਬ ਜਾਣੇ ਉਸ ਵਜ਼ੀਰ ਖਾਂ ਨੂੰ ਜਲੋਦਰ ਦਾ ਰੋਗ ਹੋ ਗਿਆ। ਜਲੋਦਰ ਦਾ ਰੋਗ, ਪੇਟ ਵਿੱਚ ਫੋੜਾ ਬਣ ਜਾਣਾ ਤੇ ਕੁਝ ਸਮੇਂ ਬਾਅਦ ਪੇਟ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਣਾ। ਉਸ ਮਨੁੱਖ ਨੂੰ ਜਲੋਦਰ ਦਾ ਰੋਗ ਹੋ ਗਿਆ। ਉਹਨੇ ਪਾਣੀ ਪੇਟ ਚੋਂ ਕਢਾਉਣਾ ਤੇ ਕੁਝ ਸਮੇਂ ਬਾਅਦ ਫਿਰ ਭਰ ਜਾਣਾ, ਫਿਰ ਕਢਾਉਣਾ, ਫਿਰ ਭਰ ਜਾਣਾ। ਤੇ ਜਲੋਦਰ ਦੇ ਰੋਗ ਦੀ ਜਿਹੜੀ ਦਰਦ ਸੀ, ਪੀੜ, ਉਹਦੇ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ। ਇੱਕ ਦਿਨ ਆਪਣੇ ਦਰਬਾਰ ਵਿੱਚ ਆਪਣੀ ਕੁਰਸੀ ਤੇ ਬੈਠਾ, ਅਚਾਨਕ ਜਲੋਦਰ ਦੇ ਰੋਗ ਦੀ ਜਿਹੜੀ ਦਰਦ ਸੀ ਉਹ ਦਰਦ ਫੁੱਟ ਪਈ ਔਰ ਦਰਦ ਇਸ ਤਰ੍ਹਾਂ ਦੀ ਭਿਆਨਕ ਸੂਲ ਉੱਠਿਆ ਕਿ ਤੜਫਦਾ ਹੋਇਆ ਉਹ ਆਪਣੀ ਕੁਰਸੀ ਤੋਂ ਹੇਠਾਂ ਜ਼ਮੀਨ ਤੇ ਡਿੱਗ ਪਿਆ। ਨਾਲ ਦੇ ਦਰਬਾਰੀ ਸਾਥੀਆਂ ਨੇ ਚੁੱਕ ਕੇ ਜਲਦੀ ਦੇ ਨਾਲ ਉਹਨੂੰ ਮਹੱਲਾਂ ਵਿੱਚ ਖੜਿਆ ਤੇ ਜਦੋਂ ਲੈ ਕੇ ਗਏ ਤੇ ਉਹ ਤੜਫ ਰਿਹਾ ਸੀ, ਆਪਣੇ ਆਸਣ ਤੇ ਲੇਟਿਆ ਹੋਇਆ, ਜ਼ੋਰ ਦੀ ਕੁਰਲਾ ਰਿਹਾ ਸੀ ਔਰ ਉਹਦੇ ਮੂੰਹ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲ ਰਹੀਆਂ ਸੀ, ਯਾ ਖੁਦਾ, ਜਾਂ ਤੇ ਮੈਨੂੰ ਇਸ ਬਿਮਾਰੀ ਤੋਂ ਨਿਜਾਤ ਦੇ ਦੇ ਤੇ ਜਾਂ ਫਿਰ ਜ਼ਿੰਦਗੀ ਤੋਂ ਹੀ ਨਿਜਾਤ ਦੇ ਦੇ। ਇਹ ਜਿਹੜੀ ਦਰਦ ਹੈ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ, ਜਾਂ ਤੇ ਬਿਮਾਰੀ ਖਤਮ ਕਰ ਦੇ ਤੇ ਜਾਂ ਜ਼ਿੰਦਗੀ ਖਤਮ ਕਰ ਦੇ। ਜਦੋਂ ਇਸ ਤਰ੍ਹਾਂ ਕਲਪ ਰਿਹਾ, ਰੋ ਰਿਹਾ ਸੀ ਤੇ ਬਾਹਰਲੇ ਪਾਸੋਂ ਗਲੀ ਦੇ ਵਿੱਚੋਂ ਇਹਦਾ ਉਸਤਾਦ ਨਿਕਲਿਆ। ਇਸ ਵਜ਼ੀਰ ਖਾਂ ਦਾ ਉਸਤਾਦ ਸੀ ਜਿਹਨੂੰ ਦੁਨੀਆ ਦੇ ਲੋਕ ਸਾਈਂ ਮੀਆਂ ਮੀਰ ਜੀ ਕਰਕੇ ਯਾਦ ਕਰਦੇ ਆ। ਜਦੋਂ ਸਾਈਂ ਮੀਆਂ ਮੀਰ ਜੀ ਨੇ ਆਵਾਜ਼ ਸੁਣੀ, ਉਹਨੇ ਆਖਿਆ ਵੀ ਇਹ ਸ਼ਾਗਿਰਦ ਚੇਲਾ ਤੇ ਮੇਰਾ ਹੈ। ਦੌੜ ਕੇ ਜਦੋਂ ਅੰਦਰ ਆਏ ਤੇ ਆ ਕੇ ਵੇਖਿਆ ਤੇ ਵਜ਼ੀਰ ਖਾਂ ਰੋ ਰਿਹਾ, ਕਲਪ ਰਿਹਾ ਸੀ। ਉਹਨੇ ਆਪਣੇ ਉਸਤਾਦ ਨੂੰ ਵੇਖ ਕੇ ਤੇ ਦੋਵੇਂ ਹੱਥ ਜੋੜ ਕੇ ਆਖਿਆ, ਸਾਈਂ ਜੀ, ਉਸ ਖੁਦਾ ਦੇ ਚਰਨਾਂ ਵਿੱਚ ਅਰਦਾਸ ਕਰੋ ਵੀ ਇਸ ਬਿਮਾਰੀ ਤੋਂ ਨਿਜਾਤ ਦੇ ਦੇ, ਇੰਨੀ ਰੋਗ ਦੀ ਪੀੜ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ।
ਸਾਈਂ ਜੀ ਨੇ ਪੁੱਛਿਆ, ਬੇਟਾ ਇਲਾਜ ਕਿੱਥੋਂ ਕਿੱਥੋਂ ਕਰਾਇਆ? ਆਖਿਆ, ਬਾਬਾ ਜੀ ਜਿੱਥੋਂ ਕਿਸੇ ਨੇ ਦੱਸ ਪਾਈ ਉਥੋਂ ਤੱਕ ਜਾ ਕੇ ਵੈਦਾਂ ਹਕੀਮਾਂ ਨੂੰ ਦਿਖਾਇਆ, ਪਰ ਮੇਰਾ ਰੋਗ ਨਹੀਂ ਹਟਿਆ। ਫਿਰ ਸਾਈਂ ਮੀਆਂ ਮੀਰ ਨੇ ਆਖਿਆ, ਸੱਚ ਤੇ ਇਹ ਵੇ ਬੇਟਾ, ਜਦੋਂ ਦੁਨੀਆ ਦੇ ਸਾਰੇ ਵੈਦ ਹਕੀਮ ਡਾਕਟਰ ਹੱਥ ਖੜੇ ਕਰੇ ਜਾਣ ਨਾ, ਉਦੋਂ ਇੱਕ ਇਸ ਤਰ੍ਹਾਂ ਦਾ ਦਰਬਾਰ ਹੈ ਜਿੱਥੋਂ ਸਾਰੇ ਵੈਦ ਹਕੀਮ ਹੱਥ ਖੜੇ ਕਰ ਜਾਣ, ਬੰਦਾ ਉੱਥੇ ਚਲਾ ਜਾਏ ਤੇ ਉੱਥੋਂ ਬੰਦਾ ਠੀਕ ਹੋ ਜਾਂਦਾ ਹੈ। ਪੁੱਛਿਆ, ਸਾਈਂ ਜੀ ਕਿਹੜਾ ਦਰਬਾਰ ਤੇ ਕਿੱਥੇ ਜਾਵਾਂ? ਸਾਈਂ ਨੇ ਬੜੇ ਪਿਆਰ ਦੇ ਨਾਲ ਆਖਿਆ, ਬੇਟਾ ਜੇ ਸੱਚਮੁੱਚ ਸਾਰੇ ਵੈਦਾਂ ਹਕੀਮਾਂ ਤੋਂ ਹਾਰ ਗਿਆ, ਥੱਕ ਗਿਆ, ਬਸ ਫਿਰ ਇੱਕ ਵਾਰੀ ਭਾਵਨਾ ਕਰਕੇ ਧੰਨ ਗੁਰੂ ਰਾਮਦਾਸ ਦੇ ਘਰ ਵਿੱਚ ਚਲਾ ਜਾ। ਜਿਹੜੇ ਸਤਿਗੁਰੂ ਰਾਮਦਾਸ ਦੇ ਘਰਾਂ ਵਿੱਚ ਚਲੇ ਜਾਣ, ਉੱਥੋਂ ਬਿਲਕੁਲ ਠੀਕ ਹੋ ਕੇ ਆਉਂਦੇ ਆ। ਉਹਦੇ ਦੋਵੇਂ ਹੱਥ ਜੁੜ ਗਏ। ਅਗਲਾ ਦਿਨ ਚੜ੍ਹਿਆ। ਦਿਨ ਚੜ੍ਹਦਿਆਂ ਸਾਰ ਨਾਲ ਦੇ ਸਾਥੀਆਂ ਨੂੰ ਲਿਆ। ਉਸੇ ਵਕਤ ਰੱਥਾਂ ਤੇ ਚੜ੍ਹ ਕੇ, ਥੋੜੀ ਆਵਾਜ਼ ਘੱਟ ਕਰ ਰਿਹਾ, ਬਾਹਰ ਦੀ ਆਵਾਜ਼ ਘੱਟ ਕਰ, ਬਾਹਰ ਦੀ ਥੋੜੀ ਘੱਟ ਕਰ, ਬਾਹਰ ਵਾਲੀ। ਰੱਥਾਂ ਤੇ ਚੜ੍ਹ ਕੇ ਤੇ ਤੁਰ ਪਿਆ ਸੱਚਖੰਡ ਹਰਮੰਦਰ ਸਾਹਿਬ ਜੀ ਨੂੰ। ਜਦੋਂ ਆਇਆ ਤੇ ਉਸ ਵਕਤ ਸੱਚਖੰਡ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ। ਇੱਕ ਬੇਰੀ ਦੇ ਥੱਲੇ ਬੈਠੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸੇਵਾ ਨਿਭਾ ਰਹੇ। ਸਾਰੀਆਂ ਸੰਗਤਾਂ ਸਰੋਵਰ ਦੀ ਸੇਵਾ ਕਰ ਰਹੀਆਂ, ਹੱਥ ਵਿੱਚ ਟੋਕਰੀਆਂ, ਹੱਥ ਵਿੱਚ ਬਠਲ ਆਦਿਕ ਪਕੜੇ ਤੇ ਮਿੱਟੀ ਢੋਣ ਦੀ ਸੇਵਾ ਕਰ ਰਹੇ ਆ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਇੱਕ ਬੇਰੀ ਥੱਲੇ ਬੈਠੇ ਤੇ ਆ ਕੇ ਤੇ ਪੁੱਛਿਆ, ਜੀ ਧੰਨ ਗੁਰੂ ਅਰਜਨ ਸਾਹਿਬ ਕੌਣ ਨੇ? ਤੇ ਮੇਰੇ ਪਾਤਸ਼ਾਹ ਨੇ ਆਖਿਆ, ਦੁਨੀਆ ਦੇ ਲੋਕ ਮੈਨੂੰ ਹੀ ਗੁਰੂ ਅਰਜਨ ਦੇਵ ਕਹਿੰਦੇ, ਦੱਸੋ। ਕੋਲ ਬਹਿ ਕੇ ਹੱਥ ਜੋੜ ਕੇ ਆਖਿਆ, ਸਤਿਗੁਰੂ ਲਾਹੌਰ ਤੋਂ ਚੱਲ ਕੇ ਆਇਆ ਤੇ ਸਾਰੇ ਵੈਦਾਂ ਹਕੀਮਾਂ ਨੇ ਹੱਥ ਖੜੇ ਕਰ ਦਿੱਤੇ। ਹੁਣ ਸਾਈਂ ਮੀਆਂ ਮੀਰ ਜੀ ਨੇ ਇੱਕ ਬਚਨ ਕੀਤਾ ਸੀ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਗੁਰੂ ਇਸ ਤਰ੍ਹਾਂ ਦਾ ਜਿਹੜਾ ਤੇਰੇ ਰੋਗ ਕੱਟ ਦੇਗਾ, ਤੁਸੀਂ ਕਿਰਪਾ ਕਰੋ ਤੇ ਮੇਰਾ ਇਹ ਰੋਗ ਕੱਟ ਦਿਓ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀ ਵੇਖਿਆ ਤੇ ਹਜ਼ੂਰ ਨੇ ਆਖਿਆ, ਰਾਜਨ ਆਇਆ ਤੇ ਬੜੀ ਭਾਵਨਾ ਦੇ ਨਾਲ, ਪਰ ਜੇ ਤੂੰ ਆਪਣਾ ਰੋਗ ਠੀਕ ਕਰਾਉਣਾ ਚਾਹੁੰਦਾ ਹੈ ਨਾ, ਹੱਥ ਦਾ ਇਸ਼ਾਰਾ ਕਰਕੇ ਆਖਿਆ, ਉਹ ਸਾਹਮਣੇ ਜਿਹੜੇ ਬਜ਼ੁਰਗ ਬਾਪੂ ਜੀ ਤੁਰੇ ਆ ਰਹੇ ਨਾ, ਇਹਨਾਂ ਕੋਲ ਚਲਾ ਜਾ। ਇਹ ਬਹੁਤ ਵੱਡੇ ਵੈਦ ਨੇ, ਬੜੇ ਵੱਡੇ ਹਕੀਮ ਨੇ ਤੇ ਤੇਰਾ ਰੋਗ ਠੀਕ ਕਰ ਦੇਣਗੇ। ਜਦੋਂ ਵਜ਼ੀਰ ਖਾਨ ਨੇ ਪਰਤ ਕੇ ਨਜ਼ਰ ਘੁਮਾ ਕੇ ਵੇਖਿਆ ਤੇ ਚਿੱਟਾ ਸ਼ਮਸ਼ ਦਾੜਾ, ਹੱਥ ਵਿੱਚ ਛੋਟੀ ਜੀ ਟੋਕਰੀ ਚੁੱਕੀ ਤੇ ਮਿੱਟੀ ਦੇ ਨਾਲ ਵਸਤਰ ਲਿਬੜੇ ਹੋਏ ਤੇ ਬਜ਼ੁਰਗ ਬਾਬਾ ਜੀ ਇੱਕ ਤੁਰੇ ਆ ਰਹੇ ਆ। ਦੌੜ ਕੇ ਉਸ ਪਾਸੇ ਗਿਆ ਤੇ ਜਾ ਕੇ ਆਖਿਆ, ਬਾਬਾ ਜੀ ਗੁਰੂ ਅਰਜਨ ਸਾਹਿਬ ਕੋਲ ਗਿਆ ਸੀ ਤੇ ਉੱਥੋਂ ਹੋ ਕੇ ਤੁਹਾਡੇ ਕੋਲ ਆਇਆ ਤੇ ਕਿਰਪਾ ਕਰੋ ਮੇਰਾ ਜਲੋਦਰ ਦਾ ਰੋਗ ਠੀਕ ਕਰ ਦਿਓ। ਜਦੋਂ ਬਜ਼ੁਰਗ ਬਾਬਾ ਜੀ ਨੇ ਇੰਨੀ ਗੱਲ ਸੁਣੀ ਨਾ ਤੇ ਥੋੜੀ ਜੀ ਦੂਰੀ ਤੇ ਖਲੋਤੇ ਸੀ। ਆਖਿਆ, ਗੁਰੂ ਦੇ ਕੋਲੋਂ ਹੋ ਕੇ ਮੇਰੇ ਕੋਲ ਆਇਆ? ਜੀ ਗੁਰੂ ਦੇ ਕੋਲੋਂ ਹੋ ਕੇ ਤੁਹਾਡੇ ਕੋਲ ਆਇਆ। ਉਸ ਬਜ਼ੁਰਗ ਬਾਬੇ ਨੇ ਹੱਥ ਵਿੱਚ ਪਕੜੀ ਹੋਈ ਟੋਕਰੀ ਵਗਾ ਕੇ ਇਹਦੇ ਪੇਟ ਤੇ ਮਾਰੀ। ਆਖਿਆ, ਸੱਜਣਾ ਜੇ ਰੋਗ ਕਟਾਉਣਾ ਸੀ ਤੇ ਗੁਰੂ ਕੋਲ ਹੀ ਰਹਿੰਦਾ, ਗੁਰੂ ਨੂੰ ਛੱਡ ਕੇ ਉਹਦੇ ਸੇਵਾਦਾਰਾਂ ਕੋ ਕੀ ਲੈਣ ਵਾਸਤੇ ਆਇਆ ਹੈ? ਰੋਗ ਤੇ ਤੇਰਾ ਗੁਰੂ ਨੇ ਕੱਟਣਾ ਸੀ। ਜਦੋਂ ਜ਼ੋਰ ਦੀ ਟੋਕਰਾ ਮਾਰਿਆ ਤੇ ਅੰਦਰੋਂ ਨਾਲ ਹੀ ਉਲਟੀਆਂ ਪਲਟੀਆਂ ਗੰਦਾ ਪਾਣੀ ਨਿਕਲਿਆ, ਹਾਏ ਹਾਏ ਕਰਦਾ ਧਰਤੀ ਤੇ ਡਿੱਗ ਪਿਆ। ਜਦੋਂ ਡਿੱਗਾ ਨਾ ਤੇ ਮੂੰਹ ਚੋਂ ਆਵਾਜ਼ ਨਿਕਲੀ, ਸਤਿਗੁਰੂ ਜੇ ਠੀਕ ਨਹੀਂ ਸੀ ਕਰਨਾ ਤੇ ਉਦਾਂ ਕਹਿ ਦਿੰਦੇ, ਇਸ ਬਜ਼ੁਰਗ ਬਾਬੇ ਕੋ ਤੇ ਨਾ ਭੇਜਦੇ। ਇਹਨੇ ਟੋਕਰਾ ਮਾਰ ਕੇ ਤੇ ਜਾਨ ਕੱਢ ਦਿੱਤੀ। ਜਦੋਂ ਸਤਿਗੁਰੂ ਕੋਲ ਨਾਲ ਦੇ ਸਾਥੀਆਂ ਨੇ ਚੁੱਕ ਕੇ ਖੜਿਆ ਨਾ, ਜਾ ਕੇ ਆਖਿਆ, ਮਹਾਰਾਜ ਨਹੀਂ ਸੀ ਠੀਕ ਕਰਨਾ ਤੇ ਨਾ ਕਰਦੇ, ਉਧਰ ਤੇ ਨਾ ਭੇਜਦੇ। ਉਹਨੇ ਟੋਕਰਾ ਮਾਰ ਕੇ ਬਾਪੂ ਨੇ ਤੇ ਅੰਦਰ ਸਾਰਾ ਪਾਣੀ ਮੂੰਹ ਰਾਹੀਂ ਕੱਢ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਹੱਸ ਪਏ। ਆਖਿਆ, ਵਜ਼ੀਰ ਖਾਂ ਨਾ ਉਸ ਬਾਬੇ ਨੂੰ ਆਮ ਸਮਝੀ ਤੇ ਨਾ ਉਹਦੇ ਹੱਥ ਵਿੱਚ ਪਕੜੀ ਹੋਈ ਟੋਕਰੀ ਨੂੰ ਆਮ ਸਮਝੀ। ਸੱਚ ਇਹ ਵੇ ਉਸ ਬਜ਼ੁਰਗ ਬਾਬੇ ਨੇ ਤੇਰੇ ਪੇਟ ਤੇ ਟੋਕਰੀ ਮਾਰ ਕੇ ਅੰਦਰੋਂ ਗੰਦਾ ਪਾਣੀ ਨਹੀਂ ਕੱਢਿਆ। ਸੱਚ ਇਹ ਵੇ ਉਸ ਬਾਪੂ ਨੇ ਟੋਕਰਾ ਮਾਰ ਕੇ ਤੇਰੇ ਅੰਦਰੋਂ ਜਲੋਦਰ ਦਾ ਰੋਗ ਬਾਹਰ ਕੱਢ ਦਿੱਤਾ। ਕੌਣ ਸੀ ਇਹ ਮਹਾਪੁਰਸ਼? ਇਹ ਸੀ ਮਾਤਾ ਗੌਰਾਂ ਤੇ ਬਾਬੇ ਸੁੱਗੇ ਰੰਧਾਵੇ ਦਾ ਪੁੱਤਰ। ਦੁਨੀਆ ਦੇ ਲੋਕ ਇਹਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਰਕੇ ਯਾਦ ਕਰਦੇ।
ਹਜ਼ੂਰ ਨੇ ਕਿਹਾ ਓਏ ਉਹਨੇ ਟੋਕਰਾ ਮਾਰ ਕੇ ਤੇਰੇ ਅੰਦਰੋਂ ਜਲੋਧਰ ਦਾ ਰੋਗ ਬਾਹਰ ਕੱਢ ਦਿੱਤਾ ਈ। ਹੁਣ ਜੇ ਤੂੰ ਚਾਹੁੰਦਾ ਨਾ ਸੱਚਮੁੱਚ ਤੇਰਾ ਇਹ ਰੋਗ ਦੁਬਾਰਾ ਕਦੀ ਨਾ ਆਵੇ, ਫਿਰ ਇੱਕ ਕੰਮ ਕਰਿਆ ਕਰ, ਰੋਜ਼ਾਨਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਇੱਕ ਸੁਖਮਣੀ ਸਾਹਿਬ ਦਾ ਜਾਪ ਕਰੀ, ਜਾਂ ਤੇਰੇ ਨਾਲ ਵਾਅਦਾ ਰਿਹਾ ਪਰਤ ਕੇ ਇਹ ਰੋਗ ਜਲੋਧਰ ਦਾ ਤੈਨੂੰ ਕਦੀ ਨਹੀਂ ਹੋਏਗਾ। ਇਹਨੂੰ ਹਜ਼ੂਰ ਨੇ ਕਿਹਾ ਦੁਖ ਰੋਗ ਸੰਤਾਪ ਉਤਰੇ, ਸਾਰੇ ਕਿਰਪਾ ਕਰੋ। ਦੁਖ ਰੋਗ ਸੰਤਾਪ ਉਤਰੇ, ਸੁਣੀ ਸਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਇਹਨੂੰ ਹਜ਼ੂਰ ਨੇ ਕਿਹਾ ਸੁੱਖ ਚਾਹੀਦੇ ਨੇ, ਜੇ ਸੁੱਖ ਚਾਹੀਦੇ ਫਿਰ ਇੱਕ ਕੰਮ ਕਰ ਲੈ, ਜੋ ਸੁਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ। ਮੇਰੇ ਪਾਤਸ਼ਾਹ ਨੇ ਕਿਹਾ ਇਸ ਗੁਰੂ ਦੀ ਸ਼ਰਨ ਵਿੱਚ ਆ ਜਾ, ਜਾਂ ਤੇਰੇ ਰੋਗ ਵੀ ਕੱਟੇ ਜਾਣਗੇ, ਤੇਰੇ ਦੁੱਖ ਵੀ ਕੱਟੇ ਜਾਣਗੇ, ਤੇਰੀਆਂ ਚਿੰਤਾਵਾਂ ਵੀ ਮੁੱਕ ਜਾਣਗੀਆਂ। ਹਜ਼ੂਰ ਨੇ ਕਿਹਾ ਹੋਰ ਦੱਸ ਤੈਨੂੰ ਕੀ ਕਵਾਂ, ਤੈਨੂੰ ਲਿਖ ਕੇ ਤੇਰੇ ਗੁਰੂ ਨੇ ਦਿੱਤਾ ਹੈ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ, ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਪਾਤਸ਼ਾਹ ਨੇ ਕਿਹਾ ਜੋ ਮੰਗ ਲਏਗਾ ਉਹੀ ਤੈਨੂੰ ਗੁਰੂ ਦੇ ਕੋਲੋਂ ਮੰਗ ਜਾਏਗਾ, ਮਿਲ ਜਾਏਗਾ। ਬਸ ਸ਼ਰਤ ਇਹ ਹੈ ਵੀ ਤੇਰੀ ਮੰਗੀ ਹੋਈ ਦਾਤ ਵਿੱਚ ਕਿਸੇ ਦਾ ਬੁਰਾ ਨਾ ਹੋਵੇ। ਇਹ ਨਾ ਹੋਵੇ ਵੀ ਤੂੰ ਅਰਦਾਸ ਕਰਕੇ ਆਖੇ ਜੀ ਮੇਰੇ ਦੋਵੇਂ ਬੱਚੇ ਬਾਹਰ ਚਲੇ ਜਾਣ, ਸਕੇ ਭਰਾ ਦਾ ਬੱਚਾ ਉਹ 10ਵੀਂ 'ਚੋਂ ਵੀ ਫੇਲ ਹੋ ਜਾਏ। ਹਜ਼ੂਰ ਨੇ ਕਿਹਾ ਭਾਈ ਇਹ ਕੰਮ ਨਹੀਂ ਹੋਣਾ। ਤੂੰ ਕਿਸੇ ਦੀ ਜਿੰਨੇ ਮਰਜ਼ੀ ਮਾੜੇ ਕਰਨ ਵਾਸਤੇ ਅਰਦਾਸ ਵੀ ਕਰ ਲਏਗਾ ਨਾ, ਕਿੰਨੀ ਵਾਰ ਵੀ ਕਿਸੇ ਦਾ ਮਾੜਾ ਕਰਨ ਵਾਸਤੇ ਅਰਦਾਸ ਕਰੇ, ਹਜ਼ੂਰ ਨੇ ਕਿਹਾ ਅਖੀਰ ਤੈਨੂੰ ਇੱਕ ਗੱਲ ਕਹਿਣੀ ਪੈਣੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਉੱਥੇ ਫੇਰ ਤੈਨੂੰ ਉਹਦਾ ਭਲਾ ਮੰਗਣਾ ਹੀ ਪੈਣਾ ਹੈ। ਇਸ ਕਰਕੇ ਹਜ਼ੂਰ ਨੇ ਕਿਹਾ ਗੁਰੂ ਕੋਲ ਆਓ, ਤੇਰੇ ਦੁੱਖ ਰੋਗ ਸਭ ਕੁਝ ਹਟ ਜਾਣਗੇ। ਆਓ। ਜਿਹੜਾ ਖਾਲਸਾ ਪੰਥ ਸੱਜਿਆ ਉਹਦਾ ਅਸਲ ਵਿੱਚ ਮੁੱਢ ਕਿੱਥੋਂ ਵੱਜਾ? ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਸੀ। ਮੇਰੀ ਬੇਨਤੀ ਹੈ ਪਲੀਜ਼ ਇਕਾਗਰਤਾ ਬਖਸ਼ਿਓ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨਾ, ਤੇ ਹਜ਼ੂਰ ਨੇ ਵੱਖ-ਵੱਖ ਥਾਵਾਂ ਤੇ ਚਿੱਠੀਆਂ ਪਾਈਆਂ, ਵੱਖ-ਵੱਖ ਥਾਵਾਂ ਤੇ ਹੁਕਮਨਾਮੇ ਸਾਹਿਬ ਭੇਜੇ। ਜਿੱਥੇ ਜਿੱਥੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਸਾਰੇ ਇਹਨਾਂ ਤਰੀਕਾਂ ਨੂੰ ਅਨੰਦਪੁਰ ਸਾਹਿਬ ਪਹੁੰਚੋ ਤੇ 3 ਦਿਨ ਦੇ ਦੀਵਾਨ ਸੱਜਣੇ ਆ। ਜਿਨ੍ਹਾਂ ਸੰਗਤਾਂ ਨੂੰ ਹੁਕਮਨਾਮੇ ਮਿਲੇ, ਚਿੱਠੀਆਂ ਮਿਲੀਆਂ, ਸੰਗਤਾਂ ਬਹੁਤ ਦੂਰ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਉਹਨਾਂ ਸੰਗਤਾਂ ਦੇ ਵਿੱਚ ਕਰਨਾਲ ਦੇ ਨੇੜੇ ਤਰਾਵੜੀ ਤੋਂ ਇੱਕ ਵੀਰ ਤੇ ਨਾਲ ਉਹਦੀ ਘਰ ਵਾਲੀ, ਇਹ ਪਤੀ ਪਤਨੀ ਦੋਵੇਂ ਚੱਲ ਕੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਜਦੋਂ ਆ ਕੇ ਵੇਖਿਆ ਤੇ ਮੱਥਾ ਟੇਕਣ ਵਾਲਿਆਂ ਦੀ ਬਹੁਤ ਵੱਡੀ ਲਾਈਨ ਲੱਗੀ। ਉਹਨਾਂ ਸੰਗਤਾਂ ਦੇ ਵਿੱਚ ਹੀ ਲੱਗ ਗਏ ਤੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਾਂਗੇ। ਰੱਬ ਸਾਰਿਆਂ ਦੇ ਉੱਪਰ ਕਿਰਪਾ ਕਰੇ, ਪਰ ਇਹਨਾਂ ਦਾ ਪਹਿਰਾਵਾ ਵੇਖ ਕੇ ਹੀ ਲੱਗ ਰਿਹਾ ਸੀ ਵੀ ਇਹ ਦੋਵੇਂ ਬੜੇ ਗਰੀਬ ਘਰ ਤੋਂ ਚੱਲ ਕੇ ਆਏ ਆ। ਤਨ ਦੇ ਉੱਪਰ ਪਾਏ ਹੋਏ ਕੱਪੜੇ ਵੀ ਥਾਂ ਥਾਂ ਤੋਂ ਫਟੇ। ਉਸ ਭੈਣ ਨੇ ਸਿਰ ਤੇ ਚੁੰਨੀ ਲਈ ਤੇ ਉਹ ਵੀ ਥਾਂ ਥਾਂ ਤੋਂ ਟਾਕੀਆਂ ਲੱਗੀ। ਵੇਖ ਕੇ ਪਤਾ ਲੱਗਦਾ ਸੀ ਵੀ ਬਹੁਤ ਗਰੀਬ ਘਰ ਤੋਂ ਚੱਲ ਕੇ ਆਏ। ਤੇ ਮਨ ਵਿੱਚ ਸੋਚਿਆ ਵੀ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੱਕ ਬਚਨ ਸਾਂਝਾ ਕਰਾਂਗੇ। ਪਾਤਸ਼ਾਹ ਨੂੰ ਇੱਕ ਬੇਨਤੀ ਕਰਨੀ ਹੈ। ਜਦੋਂ ਸਤਿਗੁਰੂ ਦੇ ਦਰਬਾਰ 'ਚ ਆਏ ਤੇ ਇੰਨੀਆਂ ਸੰਗਤਾਂ ਦਾ ਇਕੱਠ ਵੇਖ ਕੇ ਜਿਹੜੀ ਗੱਲ ਕਰਨੀ ਸੀ ਉਹ ਮਨ ਵਿੱਚ ਹੀ ਰਹਿ ਗਈ। ਕਈ ਵਾਰ ਤੁਹਾਡਾ ਤਜਰਬਾ ਰਹਿਣਾ ਹੈ, ਆਪਾਂ ਚਾਹੁੰਦੇ ਹਾਂ ਕਿਸੇ ਨਾਲ ਗੱਲ ਕਰੀਏ, ਫਿਰ ਲੋਕਾਂ ਦਾ ਨਾਲ ਵੇਖੀਦਾ ਵੀ ਬਹੁਤ ਨੇ, ਚਲੋ ਫਿਰ ਕਦੇ ਸਹੀ। ਵਾਪਸ ਚਲੇ ਗਏ, ਅਗਲਾ ਫਿਰ ਦੀਵਾਨ ਸੱਜਿਆ। ਮਨ ਵਿੱਚ ਸੋਚਿਆ ਅੱਜ ਜ਼ਰੂਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਬਚਨ ਕਰਨੇ ਆ।
ਜਦੋਂ ਦੂਸਰੇ ਦਿਨ ਆਏ, ਕੁਦਰਤੀ ਤੌਰ ਤੇ ਸੰਗਤ ਦਾ ਇਕੱਠ ਉਹ ਪਹਿਲੇ ਦਿਨ ਨਾਲੋਂ ਵੀ ਵੱਧ ਗਿਆ। ਮਨ ਦੀ ਗੱਲ ਮਨ ਵਿੱਚ ਫਿਰ ਰਹਿ ਗਈ, ਫਿਰ ਵਾਪਸ ਚਲੇ ਗਏ। ਅੱਜ ਤੀਸਰਾ ਤੇ ਅਖੀਰਲਾ ਦੀਵਾਨ ਸੱਜਿਆ। ਸੋਚਿਆ ਵੀ ਅੱਜ ਪਾਤਸ਼ਾਹ ਦੇ ਨਾਲ ਬੇਨਤੀ ਕਰਨੀ ਕਿਉਂਕਿ ਕਰਨਾਲ ਤੋਂ ਰੋਜ਼ ਤੇ ਚੱਲ ਕੇ ਆਨੰਦਪੁਰ ਸਾਹਿਬ ਆਇਆ ਨਹੀਂ ਜਾਣਾ, ਅੱਜ ਬੇਨਤੀ ਕਰਕੇ ਜਾਈਏ। ਜਦੋਂ ਘਰੋਂ ਸੋਚ ਕੇ ਆਏ ਵੀ ਬੇਨਤੀ ਕਰਾਂਗੇ, ਤੇ ਜਦੋਂ ਆ ਕੇ ਵੇਖਿਆ ਤੇ ਸੰਗਤਾਂ ਦਾ ਇੰਨਾ ਇਕੱਠ ਸੰਗਤਾਂ ਦਾ ਵੀ ਬਚਨ ਕਰਨੇ ਤੇ ਦੂਰ ਦੀ ਗੱਲ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਮੱਥਾ ਹੀ ਨਾ ਟਿਕਿਆ। ਬੜੇ ਉਦਾਸ ਹੋਏ ਤੇ ਦੋਵੇਂ ਜੀ ਬਾਹਰ ਖਲੋਤੇ ਹੀ ਨਮਸਕਾਰ ਕਰਕੇ ਜਦੋਂ ਵਾਪਸ ਮੁੜਨ ਲੱਗੇ ਨਾ, ਇਧਰ ਤਖਤ ਤੇ ਬੈਠੇ ਹੋਏ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਸਿੱਖ ਨੂੰ ਭੇਜਿਆ, ਆਖਿਆ ਜਾਓ ਫਲਾਨਾ ਸਿੱਖ ਤੇ ਨਾਲ ਉਹਦੀ ਘਰ ਵਾਲੀ ਬੀਬੀ ਨੂੰ ਬੁਲਾ ਕੇ ਲੈ ਕੇ ਆ। ਜਦੋਂ ਕੋਲ ਆਏ ਨਾ ਤੇ ਪਾਤਸ਼ਾਹ ਲੈ ਕੇ ਥੋੜਾ ਵੱਖਰੇ ਜਿਹੇ ਚਲੇ ਗਏ। ਹਜ਼ੂਰ ਨੇ ਇਸ ਵੀਰ ਨੂੰ ਪੁੱਛਿਆ, ਆਖਿਆ ਸੱਜਣਾ ਬਿਲਕੁਲ ਸੱਚੋ ਸੱਚ ਦੱਸੀ, ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਤੂੰ ਸਾਡੇ ਨਾਲ ਕੋਈ ਬਚਨ ਕਰਨੇ ਪਰ ਤੂੰ ਕਰ ਨਹੀਂ ਪਾ ਰਿਹਾ। ਉਹਨੇ ਦੋਵੇਂ ਹੱਥ ਜੋੜ ਕੇ ਆਖਿਆ, ਨਹੀਂ ਪਾਤਸ਼ਾਹ ਬਸ ਇਦਾਂ ਹੀ ਤੁਹਾਡੇ ਦਰਸ਼ਨ ਕਰਨੇ ਸੀ। ਹਜ਼ੂਰ ਨੇ ਘੁੱਟ ਕੇ ਗੁੱਟ ਤੋਂ ਪਕੜ ਕੇ ਆਖਿਆ, ਓਏ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਝੂਠ ਨਹੀਂ ਬੋਲੀਦਾ, ਦੱਸ ਕੀ ਕਹਿਣਾ। ਹੁਣ ਦੋਵੇਂ ਹੱਥ ਜੋੜ ਕੇ ਜਿਹੜੀ ਬੇਨਤੀ ਕਰਨ ਲੱਗਾ ਨਾ, ਉਹਦੀ ਜ਼ੁਬਾਨ ਦੇ ਵਿੱਚੋਂ ਸ਼ਬਦ ਨਹੀਂ ਨਿਕਲੇ ਪਰ ਅੱਖਾਂ ਦੇ ਵਿੱਚੋਂ ਅਥਰੂ ਪਹਿਲਾਂ ਨਿਕਲ ਆਏ। ਦੋਵੇਂ ਹੱਥ ਜੋੜ ਕੇ ਉਹਨੇ ਰੋਂਦੇ ਨੇ ਆਖਿਆ, ਸਤਿਗੁਰੂ ਇੱਕ ਛੋਟਾ ਮੂੰਹ ਤੇ ਵੱਡੀ ਗੱਲ ਹੈ। ਪਾਤਸ਼ਾਹ ਮੈਂ ਧੋਬੀ ਦਾ ਕੰਮ ਕਰਦਾ ਹੈ, ਮੇਰੀ ਘਰ ਵਾਲੀ ਇਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ, ਇਸ ਤਰ੍ਹਾਂ ਸਾਡੀ ਜ਼ਿੰਦਗੀ ਚੱਲ ਰਹੀ। ਪਰ ਮੇਰੇ ਮਾਲਕਾ ਅਸੀਂ ਬੜੀ ਮਿਹਨਤ ਕਰਕੇ ਥੋੜੇ ਜਿਹੇ ਪੈਸੇ ਜੋੜ ਕੇ ਨਾ ਤੇ ਇੱਕ ਛੋਟਾ ਜਿਹਾ ਘਰ ਜਿਹੜਾ ਉਹ ਤਿਆਰ ਕੀਤਾ ਹੈ ਤੇ ਉਹ ਕੱਖਾਂ ਦੀ ਕੁੱਲੀ ਹੈ ਪਰ ਸਾਡੇ ਵਾਸਤੇ ਤੇ ਨਵਾਂ ਹੈ। ਤੇ ਮੇਰੇ ਮਾਲਕਾ ਸਾਡੀ ਬੇਨਤੀ ਹੈ, ਤੁਸੀਂ ਸਾਰਿਆਂ ਦੇ ਘਰਾਂ 'ਚ ਜਾਂਦੇ ਹੋ, ਕਿਤੇ ਕਿਰਪਾ ਕਰੋ ਉਸ ਇਲਾਕੇ ਵਿੱਚ ਆਓ ਤੇ ਸਾਡੇ ਗਰੀਬਾਂ ਦੇ ਘਰ ਵੀ ਤੁਹਾਡੇ ਚਰਨ ਪੈ ਜਾਣ। ਹਜ਼ੂਰ ਨੇ ਹੱਸ ਕੇ ਆਖਿਆ, ਸੱਜਣਾ ਤੇਰੇ ਘਰ ਵਿੱਚ ਆਵਾਂਗਾ ਜ਼ਰੂਰ, ਪਰ ਮੈਨੂੰ ਪਤਾ ਹੈ ਤੂੰ ਘਰ ਵਿੱਚ ਆਏ ਨੂੰ ਪਹਿਚਾਨ ਨਹੀਂ ਸਕੇਂਗਾ। ਆਹ ਬੇਨਤੀ ਬੜੇ ਧਿਆਨ ਦੇ ਨਾਲ ਸੁਣਿਓ। ਹਜ਼ੂਰ ਨੇ ਕਿਹਾ, ਤੇਰੇ ਘਰ ਵਿੱਚ ਆਵਾਂਗਾ ਜ਼ਰੂਰ, ਪਰ ਤੂੰ ਘਰ ਵਿੱਚ ਆਏ ਨੂੰ ਪਹਿਚਾਨ ਨਹੀਂ ਸਕੇਂਗਾ। ਉਹਨੇ ਆਖਿਆ, ਮਹਾਰਾਜ ਇਹ ਕਿਵੇਂ ਹੋ ਗਿਆ, ਤੁਸੀਂ ਘਰ ਆਓ ਤੇ ਮੈਂ ਪਹਿਚਾਨਾ ਨਾ। ਹਜ਼ੂਰ ਨੇ ਕਿਹਾ, ਮੈਨੂੰ ਪਤਾ ਹੈ ਮੈਂ ਆਉਣਾ ਪਰ ਤੂੰ ਪਹਿਚਾਨਣਾ ਨਹੀਂ। ਉਹਨੇ ਆਖਿਆ, ਸਤਿਗੁਰੂ ਮੇਰਾ ਵਾਅਦਾ ਰਿਹਾ, ਤੁਸੀਂ ਜਦੋਂ ਵੀ ਆਓਗੇ ਨਾ ਮੈਂ ਪਹਿਲੀ ਵਾਰ 'ਚ ਹੀ ਪਹਿਚਾਨ ਲਾਂਗਾ। ਹਜ਼ੂਰ ਨੇ ਕਿਹਾ, ਫਿਰ ਮੇਰਾ ਵੀ ਵਾਅਦਾ ਰਿਹਾ, ਮੈਂ ਤੇਰੇ ਘਰ ਵਿੱਚ ਜ਼ਰੂਰ ਆਵਾਂਗਾ। ਬੜਾ ਖੁਸ਼ ਹੋਏ ਦੋਵੇਂ ਜੀ। ਜਦੋਂ ਮੱਥਾ ਟੇਕ ਕੇ ਵਾਪਸ ਚੱਲੇ ਨਾ, 10-20 ਕਦਮ ਗਏ ਤੇ ਦੌੜ ਕੇ ਫਿਰ ਵਾਪਸ ਆ ਗਿਆ। ਕਈ ਵਾਰ ਬਹੁਤ ਵੱਡੀ ਚੀਜ਼ ਮਿਲ ਜਾਏ ਬੰਦੇ ਨੂੰ ਯਕੀਨ ਨਹੀਂ ਹੁੰਦਾ। ਉਹਨੇ ਫਿਰ ਆ ਕੇ ਵਾਪਸ ਪੁੱਛਿਆ, ਸਤਿਗੁਰੂ ਜ਼ਰੂਰ ਆਓਗੇ? ਮੇਰੇ ਮਾਲਕ ਨੇ ਕਿਹਾ, ਤੇਰੇ ਨਾਲ ਵਾਅਦਾ ਰਿਹਾ, ਤੇਰੇ ਘਰ 'ਚ ਜ਼ਰੂਰ ਆਵਾਂਗਾ, ਪਰ ਤੂੰ ਘਰ 'ਚ ਆਏ ਨੂੰ ਪਹਿਚਾਨ ਨਹੀਂ ਸਕੇਂਗਾ। ਉਹਨੇ ਆਖਿਆ, ਚਲੋ ਪਾਤਸ਼ਾਹ ਵਕਤ ਦੱਸੇਗਾ। ਘਰ ਚਲਾ ਗਿਆ। ਦਿਨਾਂ ਤੋਂ ਹਫ਼ਤੇ ਨਿਕਲੇ, ਹਫ਼ਤਿਆਂ ਤੋਂ ਮਹੀਨੇ, ਮਹੀਨਿਆਂ ਤੋਂ ਕਈ ਸਾਲ ਨਿਕਲ ਗਏ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਦੇ ਘਰ ਵਿੱਚ ਕਦੀ ਨਹੀਂ ਗਏ। ਉਹ ਰੋਜ਼ ਉਡੀਕਦਾ ਵੀ ਪਾਤਸ਼ਾਹ ਅੱਜ ਵੀ ਆਉਣ, ਅੱਜ ਵੀ ਆਉਣ। ਸਤਿਗੁਰੂ ਕਦੇ ਗਏ ਨਹੀਂ। ਇੱਕ ਦਿਨ ਨਦੀ ਦੇ ਕੰਢੇ ਦੇ ਉੱਤੇ ਖਲੋਤਾ ਤੇ ਕੱਪੜੇ ਧੋ ਰਿਹਾ ਸੀ। ਕੱਪੜੇ ਧੋ ਰਿਹਾ ਇਹ ਸਿੱਖ ਤੇ ਕੋਲੋਂ ਦੀ ਕੋਈ ਇੱਕ ਸੱਜਣ ਨਿਕਲਿਆ। ਉਹਨੇ ਸਿਰ ਤੇ ਟੋਕਰਾ ਚੁੱਕਿਆ ਤੇ ਜ਼ੋਰ ਦੀ ਆਵਾਜ਼ਾਂ ਦਿੰਦਾ ਜਾ ਰਿਹਾ, ਭਾਈ ਆਹ ਸਬਜ਼ੀ ਲੈ ਲਓ, ਆਹ ਸਬਜ਼ੀ ਲੈ ਲਓ। ਸਬਜ਼ੀਆਂ ਵੇਚਣ ਦਾ ਹੋਕਾ ਦਿੰਦਾ ਹੋਇਆ ਤੁਰਿਆ ਜਾ ਰਿਹਾ। ਤੇ ਜਦੋਂ ਕੋਲੋਂ ਦੀ ਲੰਘਿਆ ਨਾ ਤੇ ਆ ਕੇ ਇਸ ਧੋਬੀ ਸੱਜਣ ਨੂੰ ਆਖਿਆ, ਭਰਾਵਾ ਆਹ ਜਿਹੜਾ ਰਸਤਾ ਜਾਂਦਾ ਇਹ ਕਿੱਧਰ ਨੂੰ ਜਾਂਦਾ ਹੈ? ਉਹਨੇ ਬੜੇ ਪਿਆਰ ਨਾਲ ਆਖਿਆ, ਜੀ ਇਹ ਫਲਾਣੇ ਫਲਾਣੇ ਨਗਰ ਨੂੰ ਜਾਂਦਾ ਹੈ। ਦੱਸੋ ਤੁਸੀਂ ਕਿੱਥੇ ਜਾਣਾ ਹੈ? ਜਿਹਨੇ ਸਿਰ ਤੇ ਟੋਕਰਾ ਚੁੱਕਿਆ ਹੋਇਆ ਉਹਨੇ ਦੋਵੇਂ ਹੱਥ ਜੋੜ ਕੇ ਆਖਿਆ, ਜੀ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਣਾ ਹੈ। ਜਿਹੜਾ ਕੱਪੜੇ ਧੋ ਰਿਹਾ ਸੀ ਉਹਨੇ ਕਿਹਾ, ਭਾਈ ਇਹ ਤਾਂ ਕਰਨਾਲ ਦੇ ਲਾਗੇ ਹੈ, ਅਨੰਦਪੁਰ ਸਾਹਿਬ ਤਾਂ ਬਹੁਤ ਦੂਰ ਹੈ, ਕਿੰਨਾ ਸਫ਼ਰ ਕਰਕੇ ਫਿਰ ਉੱਥੋਂ ਤੱਕ ਪਹੁੰਚੇਗਾ। ਚੱਲ ਤੈਨੂੰ ਦੱਸ ਦੇਣਾ ਹੈ ਵੀ ਕਿੱਦਾਂ ਕਿੱਦਾਂ ਜਾਣਾ ਹੈ, ਪਰ ਇਸ ਤਰ੍ਹਾਂ ਕਰ, ਹੁਣ ਸੂਰਜ ਛੁਪਣ ਵਾਲਾ ਹੈ ਤੇ ਅੱਜ ਦੀ ਰਾਤ ਮੇਰੇ ਘਰ ਵਿੱਚ ਰੁਕ। ਉਹਨੇ ਆਖਿਆ, ਚੱਲ ਠੀਕ ਹੈ, ਅੱਜ ਦੀ ਰਾਤ ਤੇਰੇ ਘਰ ਰਹਿਨੇ, ਕੱਲ ਸਵੇਰੇ ਚਲਾ ਜਾਵਾਂਗਾ।
ਪਰ ਨਾਲ ਹੀ ਕੱਪੜੇ ਧੋਂਦੇ ਹੋਏ ਨੇ ਪੁੱਛ ਲਿਆ, ਆਖਿਆ ਵੀ ਤੂੰ ਆਨੰਦਪੁਰ ਸਾਹਿਬ ਜਾਣਾ ਹੈ ਤੇ ਜਾਣਾ ਕੀ ਕਰਨ ਵਾਸਤੇ ਹੈ? ਦੂਜੇ ਸਿੱਖ ਨੇ ਬੜੇ ਪਿਆਰ ਦੇ ਨਾਲ ਆਖਿਆ, ਜੀ ਮੈਂ ਸੁਣਿਆ ਹੈ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸ਼ਹੀਦੀ ਪ੍ਰਾਪਤ ਕਰ ਗਏ, ਉਹ ਸ਼ਹੀਦ ਹੋ ਗਏ ਆ। ਹੁਣ ਵੇਖਣ ਵਾਸਤੇ ਜਾਣਾ ਹੈ ਵੀ ਜਿਹੜੇ ਅਗਲੇ ਗੁਰੂ ਗੱਦੀ ਤੇ ਬੈਠੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚੱਲੇ ਆ। ਜਦੋਂ ਇੰਨੀ ਗੱਲ ਸਿੱਖ ਨੇ ਸੁਣੀ ਕਿ ਦਿੱਲੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ, ਹੱਥ ਵਿੱਚ ਪਕੜੇ ਹੋਏ ਕੱਪੜੇ ਧਰਤੀ ਤੇ ਡਿੱਗੇ, ਇੱਕਦਮ ਧਾਹ ਨਿਕਲ ਗਈ। ਮੇਰੇ ਨਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਅਦਾ ਕੀਤਾ ਸੀ ਤੇਰੇ ਘਰ ਵਿੱਚ ਆਵਾਂਗਾ। ਸਤਿਗੁਰੂ ਆਪਣੇ ਵਾਅਦਾ ਕਰਕੇ ਫਿਰ ਵਾਅਦੇ ਤੋਂ ਫਿਰ ਕਿਵੇਂ ਗਏ? ਮੇਰੇ ਨਾਲ ਤੇ ਗੁਰੂ ਨੇ ਵਾਅਦਾ ਕੀਤਾ ਸੀ ਤੇਰੇ ਘਰ ਵਿੱਚ ਆਵਾਂਗਾ, ਸਤਿਗੁਰੂ ਮੇਰੇ ਘਰ ਵਿੱਚ ਕਿਉਂ ਨਹੀਂ ਆਏ? ਮੈਂ ਤੇ ਸਗੋਂ 20 ਕਦਮਾਂ ਦੀ ਦੂਰੀ ਤੋਂ ਮੁੜ ਕੇ ਜਾ ਕੇ ਪੁੱਛਿਆ, ਪਾਤਸ਼ਾਹ ਜੇ ਆਓਗੇ ਤੇ ਵਾਅਦਾ ਕਰਿਓ ਕਿਤੇ ਗਰੀਬ ਦਾ ਦਿਲ ਨਾ ਟੁੱਟੇ। ਹਜ਼ੂਰ ਨੇ ਕਈ ਵਾਅਦੇ ਕੀਤੇ, ਮੇਰੇ ਘਰ ਵਿੱਚ ਨਹੀਂ ਆਏ। ਇਸ ਤਰ੍ਹਾਂ ਸਿੱਖ ਜ਼ੋਰ-ਜ਼ੋਰ ਦੀ ਰੋ ਰਿਹਾ ਸੀ। ਦੋਵੇਂ ਜਾਣੇ ਤੁਰ ਪਏ ਘਰ ਨੂੰ। ਜਦੋਂ ਚਲਦਿਆਂ ਚਲਦਿਆਂ ਘਰ ਵਿੱਚ ਪਹੁੰਚੇ ਨਾ ਤੇ ਵੇਖਿਆ ਜਾ ਕੇ ਤੇ ਘਰ ਵਾਲੀ ਜਿਹੜੀ ਸੀ ਉਹ ਬੜੇ ਪਿਆਰ ਦੇ ਨਾਲ ਇੱਕ ਜਿਸ ਤਰ੍ਹਾਂ ਖੇਸ ਦੇ ਡੋਰੇ ਵੱਟੀ ਦੇ ਨਾ, ਇਸ ਤਰ੍ਹਾਂ ਡੋਰੇ ਲੰਮੇ ਵੱਟ ਕੇ ਤੇ ਉਹਦਾ ਇੱਕ ਚੌਰ ਸਾਹਿਬ ਤਿਆਰ ਕਰ ਰਹੀ, ਇਸ ਤਰ੍ਹਾਂ ਦਾ ਇੱਕ ਚੌਰ ਸਾਹਿਬ ਬਣਾ ਰਹੀ। ਤੇ ਜਾ ਕੇ ਸੱਜਣ ਨੇ ਪੁੱਛਿਆ ਵੀ ਇਹ ਕਾਹਦੇ ਵਾਸਤੇ ਤਿਆਰ ਕਰ ਰਹੀ ਹੈ? ਆਖਿਆ ਜੀ ਮੈਂ ਸੁਣਿਆ ਆਪਣੇ ਲਾਗੇ ਨਾ ਫਲਾਨੀ ਥਾਂ ਤੇ ਕੋਈ ਮਹਾਂਪੁਰਸ਼ ਆਏ ਹੈ, ਮੈਨੂੰ ਪੂਰੀ ਉਮੀਦ ਆ ਵੀ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਹੋਣਗੇ। ਜੇ ਅੱਜ ਉੱਥੇ ਆਏ ਤੇ 1-2 ਦਿਨ 'ਚ ਉਹਨਾਂ ਸਾਡੇ ਘਰ ਆ ਜਾਣਾ ਹੈ। ਮੇਰਾ ਦਿਲ ਕਰਦਾ ਜਦੋਂ ਪਾਤਸ਼ਾਹ ਆਉਣ ਨਾ ਤੇ ਮੈਂ ਉਹਨਾਂ ਦੇ ਸੀਸ ਦੇ ਉੱਤੇ ਇਸ ਚੌਰ ਦੇ ਨਾਲ ਚੌਰ ਸਾਹਿਬ ਦੀ ਸੇਵਾ ਨਿਭਾਵਾਂ। ਮੇਰਾ ਦਿਲ ਕਰਦਾ ਚੌਰ ਸਾਹਿਬ ਕਰਾਂ। ਜਦੋਂ ਇੰਨੀ ਗੱਲ ਸੁਣੀ ਨਾ ਤੇ ਸਿੱਖ ਦੀਆਂ ਫਿਰ ਧਾਂ ਨਿਕਲ ਗਈ। ਉਹਨੇ ਆਖਿਆ, ਭਲੀਏ ਜਿਨ੍ਹਾਂ ਨੂੰ ਉਡੀਕਦੀ ਹੈ ਨਾ ਉਹ ਤੇ ਸੱਚਖੰਡ ਚਲੇ ਗਏ, ਜਿਨ੍ਹਾਂ ਨੂੰ ਤੂੰ ਉਡੀਕ ਰਹੀ ਉਹਨਾਂ ਮੁੜ ਕੇ ਨਹੀਂ ਆਉਣਾ, ਉਹ ਤੇ ਗਏ ਸੱਚਖੰਡ, ਦਿੱਲੀ ਦੀ ਧਰਤੀ ਤੇ ਸ਼ਹੀਦ ਹੋ ਗਏ। ਆ ਸਿੱਖ ਕਹਿਣ ਵਾਸਤੇ ਆਇਆ। ਜਦੋਂ ਇੰਨੀ ਗੱਲ ਸੁਣੀ ਤੇ ਉਹਦੀ ਘਰ ਦੀ ਜਿਹੜੀ ਭੈਣ ਬੀਬੀ ਸੀ ਉਹਦੀਆਂ ਅੱਖਾਂ 'ਚੋਂ ਅਥਰੂ ਦਾ ਵਾਹ ਚੱਲ ਪਿਆ। ਹੌਸਲਾ ਬਰਦਾਸ਼ਤ ਨਾ ਹੋਇਆ, ਇੰਨਾ ਰੋਵੇ, ਰੋਂਦਿਆਂ ਧਰਤੀ ਤੇ ਡਿੱਗ ਪਈ। ਆਖਿਆ ਹੱਦ ਹੋ ਗਈ, ਐਸੇ ਕਿਹੜੇ ਮਾੜੇ ਕਰਮ ਕਰ ਲਏ ਵੀ ਗੁਰੂ ਨੇ ਵਾਅਦਾ ਵੀ ਕੀਤਾ ਤੇ ਫਿਰ ਵੀ ਸਾਡੇ ਘਰ 'ਚ ਨਹੀਂ ਆਏ? ਕਿਹੋ ਜੇ ਪਾਪ ਜ਼ਿੰਦਗੀ ਦੇ ਅੰਦਰ ਰੱਬ ਜਾਣੇ ਕੋ ਕਰ ਬੈਠੇ ਆ। ਸਾਰੀ ਜ਼ਿੰਦਗੀ ਵੀ ਗਰੀਬੀ 'ਚ ਲੰਘ ਗਈ ਤੇ ਗੁਰੂ ਵੀ ਸਾਡੇ ਘਰ 'ਚ ਨਹੀਂ ਆਇਆ। ਇਸ ਤਰ੍ਹਾਂ ਦੋਵੇਂ ਸਿੱਖ ਬੈਠੇ ਧਰਤੀ ਤੇ ਰੋ ਰਹੇ ਸੀ। ਤੇ ਜਿਹੜਾ ਕੋਲ ਖਲੋਤਾ ਨਾ ਉਹਨੇ ਆਖਿਆ, ਮੰਨ ਲੈ ਜੇ ਅੱਜ ਸਤਿਗੁਰੂ ਤੇਰੇ ਘਰ ਵਿੱਚ ਆ ਜਾਂਦੇ ਤੇ ਫਿਰ ਕੀ ਕਰਦਾ? ਮੇਰੀ ਬੇਨਤੀ ਹੈ ਇੱਥੇ ਇਕਾਗਰਤਾ ਬਖਸ਼ੋ, ਮੈਂ ਸਮਾਪਤੀ ਵੱਲ ਆ ਰਿਹਾ। ਤੇ ਪੁੱਛਿਆ, ਆਖਿਆ ਜੇ ਮੰਨ ਲੈ ਅੱਜ ਸਤਿਗੁਰੂ ਹੀ ਤੇਰੇ ਘਰ ਵਿੱਚ ਆ ਜਾਂਦੇ ਤੇ ਕੀ ਕਰਦਾ? ਉਹਨੇ ਇੱਕ ਛੋਟਾ ਜਿਹਾ ਮੰਜਾ ਕਹਿ ਲਓ, ਪੀੜਾ ਬੁਣ ਕੇ ਉਹ ਤਿਆਰ ਕੀਤਾ ਸੀ, ਬੜੀ ਭਾਵਨਾ ਦੇ ਨਾਲ ਲਿਆ ਕੇ ਉਹ ਡਾਇਆ। ਆਖਿਆ ਜੇ ਸਤਿਗੁਰੂ ਆ ਜਾਂਦੇ ਨਾ ਤੇ ਮੈਂ ਐਸ ਪੀੜੇ ਦੇ ਉੱਤੇ ਬਿਠਾਉਂਦਾ। ਪੁੱਛਿਆ ਹੋਰ ਕੀ ਕਰਦਾ? ਜਿੰਨੀ ਕੁ ਉਹਨਾਂ ਦੇ ਘਰ ਵਿੱਚ ਥਾਂ ਸੀ, ਇੱਕ ਬਿਲਕੁਲ ਸੁੱਚੀ ਥਾਂ ਬਣਾ ਕੇ ਨਾ ਇੱਕ ਚਿੱਟੀ ਚਾਦਰ ਬਣਾ ਕੇ ਰੱਖੀ, ਸਾਂਭ ਕੇ। ਆਖਿਆ ਜੇ ਪਾਤਸ਼ਾਹ ਆ ਜਾਂਦੇ ਤੇ ਚਿੱਟੀ ਚਾਦਰ ਵਿਛਾਉਂਦਾ, ਇਹਦੇ ਤੇ ਬਿਠਾਉਂਦਾ। ਹੋਰ ਕੀ ਕਰਦਾ? ਆਖਿਆ ਤੇਰੇ ਸਾਹਮਣੇ ਹੀ ਹੈ ਘਰ ਵਾਲੀ ਚੌਰ ਸਭ ਤਿਆਰ ਕਰਦੀ, ਸਤਿਗੁਰੂ ਆ ਜਾਂਦੇ ਮੈਂ ਸਾਰੀ ਰਾਤ ਇੱਕ ਪੈਰ ਤੇ ਖਲੋ ਕੇ ਤੇ ਮਹਾਰਾਜ ਦੇ ਸੀਸ ਦੇ ਉੱਤੇ ਚੌਰ ਸਭ ਕਰਦਾ। ਪਾਤਸ਼ਾਹ ਆਉਂਦੇ ਤੇ ਸਹੀ। ਜਦੋਂ ਇੰਨੀ ਗੱਲ ਸੁਣੀ, ਸਾਚੇ ਵਿੱਚ ਜਿਹਨੇ ਟੋਕਰਾ ਚੁੱਕਿਆ ਸੀ ਨਾ, ਅੰਦਰ ਦਾ ਪਿਆਰ ਵੇਖ ਕੇ ਉਹਦੀ ਵੀ ਧਾਰ ਨਿਕਲ ਗਈ। ਉਹਨੇ ਆਖਿਆ ਸੱਚੇ ਪਾਤਸ਼ਾਹ ਜੇ ਸੱਚਮੁੱਚ ਵਾਅਦਾ ਕੀਤਾ ਸੀ ਨਾ ਤੇ ਫਿਰ ਇਹੋ ਜਿਹਾ ਸਬਕ ਸਿੱਖਾਂ ਨੂੰ ਜਰਨ ਦਾ ਬਲ ਵੀ ਬਖਸ਼ਣਾ ਚਾਹੀਦਾ। ਉਹਨੇ ਸਿਰ ਤੋਂ ਟੋਕਰਾ ਉਤਾਰਿਆ ਤੇ ਉਤਾਰ ਕੇ ਉਸ ਪੀੜੀ ਤੇ ਰੱਖ ਦਿੱਤਾ। ਇਕਾਗਰਤਾ ਬਖਸ਼ਿਓ ਪਲੀਜ਼, ਇਕਾਗਰਤਾ ਬਖਸ਼ੋ। ਜਦੋਂ ਟੋਕਰਾ ਉਤਾਰ ਕੇ ਉਸ ਪੀੜੀ ਤੇ ਰੱਖਿਆ ਨਾ, ਕੋਲ ਖਲੋਤੇ ਹੋਏ ਸਿੱਖ ਨੇ ਬੜੇ ਪਿਆਰ ਨਾਲ ਆਖਿਆ, ਜੀ ਤੁਸੀਂ ਘਰ ਵਿੱਚ ਆਏ ਹੋ, ਜੀ ਆਇਆਂ ਨੂੰ, ਪਰ ਇਸ ਟੋਕਰੇ ਤੇ ਕੇਵਲ ਮੇਰਾ ਗੁਰੂ ਹੀ ਬਹਿ ਸਕਦਾ ਸੀ, ਕੋਈ ਹੋਰ ਨਹੀਂ, ਇਸ ਟੋਕਰੇ ਨੂੰ ਚੁੱਕ ਲੈ। ਉਹਨੇ ਆਖਿਆ ਜੇ ਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਨਾ, ਫਿਰ ਵੇਖ ਤੇਰੇ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਬੜੀ ਵੇਸ਼ ਕੀਮਤੀ ਦਾਤ ਲੈ ਕੇ ਆਇਆ। ਪੁੱਛਿਆ ਟੋਕਰੇ 'ਚ ਕੀ ਹੈ? ਜਦੋਂ ਇੱਕ ਕੱਪੜਾ ਉਤਾਰਿਆ, 2 ਕੱਪੜੇ ਉਤਾਰੇ, ਇਸ ਤਰ੍ਹਾਂ ਲੱਗਾ ਜਿਵੇਂ ਕੱਪੜਿਆਂ ਤੇ ਕਿਸੇ ਨੇ ਖੂਨ ਦੇ ਛੱਟੇ ਮਾਰੇ ਹੋਣ।
ਜਦੋਂ ਇੱਕ ਹੋਰ ਕੱਪੜਾ ਇੱਕ ਹੋਰ ਉਤਾਰਿਆ, ਵੇਖਿਆ ਵੀ ਸਾਰੇ ਕੱਪੜੇ ਹੀ ਖੂਨ ਦੇ ਨਾਲ ਭਰੇ ਹੋਏ ਆ ਰਹੇ। ਹੁਣ ਬੇਨਤੀ ਸੁਣਿਓ, ਕੋਲ ਖਲੋਤਾ ਸਿੱਖ ਕਹਿ ਰਿਹਾ ਸੀ, ਗੁਰੂ ਨੇ ਵਾਅਦਾ ਕੀਤਾ ਮੇਰੇ ਘਰ ਵਿੱਚ ਆਏ ਨਹੀਂ, ਗੁਰੂ ਨੇ ਵਾਅਦਾ ਕੀਤਾ ਮੇਰੇ ਘਰ ਵਿੱਚ ਆਏ ਨਹੀਂ। ਜਦੋਂ ਕੱਪੜਿਆਂ ਉਤਾਰਦਿਆਂ ਇੱਕ ਇੱਕ ਕਰਕੇ ਸਿੱਖ ਨੇ ਅਖੀਰਲਾ ਕੱਪੜਾ ਉਤਾਰਿਆ, ਨਾ ਉਸ ਟੋਕਰੇ 'ਚ ਕੋਈ ਫਲ ਨਾ ਕੋਈ ਸਬਜ਼ੀਆਂ, ਸਾਚੇ ਵੇ ਉਸ ਟੋਕਰੇ 'ਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਟਿਆ ਹੋਇਆ ਸੀਸ ਰੱਖਿਆ ਹੋਇਆ ਸੀ। ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਵੇਖਿਆ ਤੇ ਦੂਜੇ ਸਿੱਖ ਦੀਆਂ ਧਾਹਾਂ ਨਿਕਲ ਗਈਆਂ। ਇੱਕਦਮ ਬਚਨ ਚੇਤੇ ਆਇਆ, ਸਿੱਖਾ ਤੇਰੇ ਘਰ ਵਿੱਚ ਆਵਾਂਗਾ ਜ਼ਰੂਰ, ਪਰ ਤੂੰ ਘਰ ਵਿੱਚ ਆਏ ਨੂੰ ਪਹਿਚਾਨ ਨਹੀਂ ਸਕੇਂਗਾ। ਤੇਰੇ ਘਰ ਵਿੱਚ ਆਵਾਂਗਾ ਜ਼ਰੂਰ, ਪਰ ਤੂੰ ਘਰ ਵਿੱਚ ਆਏ ਨੂੰ ਪਹਿਚਾਨ ਨਹੀਂ ਸਕੇਂਗਾ। ਜਦੋਂ ਸਤਿਗੁਰੂ ਦਾ ਸੀਸ ਵੇਖਿਆ, ਉਹਨੇ ਸਿਰ ਸਤ ਇੱਕਦਮ ਧਰਤੀ ਤੇ ਸੁੱਟਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਨੂੰ ਵੇਖੇ, ਪਾਤਸ਼ਾਹ ਦਾ ਸਾਰੇ ਕੇਸ ਦਾੜੇ ਦੇ ਖੂਨ ਦੇ ਨਾਲ ਭਿੱਜੇ ਹੋਏ। ਜਿਹੜਾ ਨਾਲ ਦਾ ਸਿੱਖ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾ ਰਿਹਾ, ਇਹਦਾ ਨਾਮ ਇਤਿਹਾਸ ਵਿੱਚ ਭਾਈ ਜੈਤਾ ਜੀ ਕਰਕੇ ਆਇਆ। ਭੇਸ ਬਦਲ ਕੇ ਦਿੱਲੀ ਦੀ ਧਰਤੀ ਤੋਂ ਤੁਰਿਆ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਿਹਾ ਸੀ। ਜਦੋਂ ਸੀਸ ਵੇਖਿਆ ਤੇ ਸਾਰੀ ਰਾਤ ਹੀ ਚੌਰ ਸਾਹਿਬ ਦੀ ਸੇਵਾ ਕਰਦਾ ਰਿਹਾ। ਸਾਰੀ ਰਾਤ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਨਾਮ ਜਪਦਿਆਂ ਜਪਦਿਆਂ ਅੱਖਾਂ ਚੋਂ ਅਥਰੂ ਡਿੱਗਦੇ ਰਹੇ। ਇੱਕ ਰਾਤ ਰੁਕ ਕੇ ਤੇ ਸਿੱਖ ਤੁਰਿਆ, ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ। ਜਦੋਂ ਭਾਈ ਜੈਤਾ ਜੀ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਹਜ਼ੂਰ ਨੇ ਬੜੇ ਅਦਬ ਦੇ ਨਾਲ ਬਾਪੂ ਜੀ ਦਾ ਸੀਸ ਲਿਆ। ਮੈਂ ਇੱਕ ਬੇਨਤੀ ਕਰਾਂ ਗੁਰੂ ਕੀ ਸੰਗਤ, ਦੁਨੀਆ ਦੇ ਉੱਤੇ ਤੁਸੀਂ ਬਹੁਤ ਵੱਡੇ ਬਾਦਸ਼ਾਹ ਵੇਖੇ ਆ, ਦੁਨੀਆ ਦੇ ਉੱਤੇ ਬਹੁਤ ਬਹੁਤ ਵੱਡੇ ਰਾਜੇ ਵੇਖੇ ਹੋਣਗੇ। ਉਹਦੇ ਦਰ ਤੇ ਕੋਈ ਜਾ ਕੇ ਮੰਗੇ ਤੇ ਕਈ ਵਾਰੀ ਬਾਦਸ਼ਾਹ ਆਪਣਾ ਰਾਜ ਭਾਗ ਤੱਕ ਦੇ ਦਿੰਦਾ ਹੈ, ਜੋ ਕੁਝ ਹੋਵੇ ਉਹ ਲੁਟਾ ਦਿੰਦਾ ਹੈ। ਪਰ ਜੇ ਕੋਈ ਬਾਦਸ਼ਾਹ ਨੂੰ ਜਾ ਕੇ ਆਖੇ ਵੀ ਸਾਨੂੰ ਹੋਰ ਨਹੀਂ ਕੁਝ ਚਾਹੀਦਾ, ਆਪਣੇ ਪਿਤਾ ਦੀ ਕੁਰਬਾਨੀ ਦੇ ਦੇ, ਸ਼ਾਇਦ ਕੁਰਬਾਨੀ ਦੇਣੀ ਤੇ ਦੂਰ ਦੀ ਗੱਲ, ਉਹ ਢਾਕ ਤੇ ਲਟਕਦੀ ਹੋਈ ਤਲਵਾਰ ਨਾਲ ਸਵਾਲੀ ਦਾ ਸਿਰ ਲਾ ਦੇਗਾ। ਲੇਕਿਨ ਵਾਰੇ ਜਾਵਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਕੈਸਾ ਡਿਠਾ ਅਜੀਬ ਹੈ ਬਾਦਸ਼ਾਹ ਤੂੰ, ਦਿਲ ਕਿਸੇ ਗਰੀਬ ਦਾ ਵੀ ਤੋੜਦਾ ਨਹੀਂ, ਦਰ ਤੇ ਆਏ ਸਵਾਲੀ ਨੂੰ ਮੋੜਨਾ, ਕਿ ਦਰ ਤੇ ਮੌਤ ਵੀ ਆ ਜੇ ਖਾਲੀ ਮੋੜਦਾ ਨਹੀਂ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੇ ਅਦਬ ਦੇ ਨਾਲ ਪਿਤਾ ਜੀ ਦਾ ਸੀਸ ਲਿਆ, ਔਰ ਜਦੋਂ ਵੱਡੇ ਤੋਂ ਵੱਡਾ ਬਾਦਸ਼ਾਹ ਤਖਤ ਤੇ ਬਹਿੰਦਾ ਸੀ ਨਾ, ਉਹਦੇ ਵਾਸਤੇ ਉਹਦੇ ਚੇਲੇ, ਉਹਨੂੰ ਮੰਨਣ ਵਾਲੇ ਕੀਮਤੀ ਤੋਂ ਕੀਮਤੀ ਭੇਟਾਵਾਂ ਲੈ ਕੇ ਆਉਂਦੇ ਸੀ। ਪਰ ਵਾਰੇ ਜਾਵਾਂ ਧੰਨ ਗੁਰੂ ਤੇਗ ਗੋਬਿੰਦ ਸਿੰਘ ਮਹਾਰਾਜ ਜੀ, ਜਦੋਂ ਤੁਸੀਂ ਤਖਤ ਤੇ ਬੈਠੇ ਨਾ, ਤੁਹਾਡੇ ਵਾਸਤੇ ਭੇਟਾ ਦੇ ਵਿੱਚ ਭਾਈ ਜੈਤਾ ਤੁਹਾਡੇ ਪਿਤਾ ਦਾ ਇੱਕ ਸੀਸ ਲੈ ਕੇ ਆਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਅਦਬ ਦੇ ਨਾਲ ਸੀਸ ਲਿਆ ਤੇ ਇੱਕ ਸਵਾਲ ਪੁੱਛਿਆ। ਆਖਿਆ, ਭਾਈ ਜੈਤਿਆ, ਦਿੱਲੀ ਦੀ ਧਰਤੀ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਆਇਆ ਤੇ ਨਾਲ ਕੋਈ ਵੀ ਨਹੀਂ, ਬਾਕੀ ਸਾਰੇ ਸਾਥੀ ਕੋਈ ਦਿੱਲੀ ਦੀਆਂ ਸੰਗਤਾਂ ਹਜ਼ੂਰ ਦੇ ਸਾਹਮਣੇ ਖਲੋ ਕੇ ਭਾਈ ਜੈਤੇ ਨੇ ਆਖਿਆ, ਮਹਾਰਾਜ ਜੋ ਕੁਛ ਹੈ ਤੁਹਾਡੇ ਸਾਹਮਣੇ ਹੀ ਹੈ। ਪੁੱਛਿਆ, ਉਦੋਂ ਦਿੱਲੀ ਦੀ ਧਰਤੀ ਤੇ ਕੋਈ ਸਿੱਖ ਹੈ ਨਹੀਂ ਸੀ। ਦੋਵੇਂ ਹੱਥ ਜੋੜ ਕੇ ਆਖਿਆ, ਸਤਿਗੁਰੂ ਜੇ ਕੋਈ ਅੰਦਰੋਂ ਹੋਵੇ ਤੇ ਮੈਂ ਕਹਿ ਨਹੀਂ ਸਕਦਾ, ਪਰ ਬਾਹਰੋਂ ਤੇਰੇ ਸਿੱਖਾਂ ਦੀ ਵੱਖਰੀ ਪਹਿਚਾਣ ਕੋਈ ਨਹੀਂ। ਅੰਦਰੋਂ ਕੋਈ ਸਿੱਖ ਹੋਵੇ ਤੇ ਮੈਨੂੰ ਨਹੀਂ ਪਤਾ, ਪਰ ਬਾਹਰ ਦੀ ਤੇ ਕੋਈ ਵੱਖਰੀ ਪਹਿਚਾਣ ਹੈ ਹੀ ਨਹੀਂ ਤੇਰੇ ਖਾਲਸੇ ਦੀ। ਉਦੋਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਹੁਣ ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਐਸਾ ਖਾਲਸਾ ਪੰਥ ਸਾਜਾਂਗਾ, ਉਹ ਲੱਖਾਂ ਦੇ ਵਿੱਚੋਂ ਵੀ ਕਰੋੜਾਂ ਦੇ ਵਿੱਚ ਵੀ ਮੇਰਾ ਇੱਕ ਖਾਲਸਾ ਖਲੋਤਾ ਹੋਏਗਾ ਤੇ ਉਹ ਸਾਹਮਣੇ ਤੋਂ ਵੱਖਰਾ ਹੀ ਦਿਖੇਗਾ। ਬਿਨਾਂ ਪੱਗ ਦੇ ਕਾਹਦੀ ਪਹਿਚਾਣ ਹੁੰਦੀ, ਹੋਵੇ ਆਦਮੀ ਲੱਖ ਹਜ਼ਾਰ ਜਾਂਦਾ, ਲੱਖਾਂ ਵਿੱਚੋਂ ਵੀ ਹੋਵੇ ਇੱਕੋ ਪੱਗ ਵਾਲਾ ਤੇ ਲੋਕੀ ਆਖਦੇ ਉਹ ਸਰਦਾਰ ਜਾਂਦਾ। ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਫਿਰ ਖਾਲਸੇ ਪੰਥ ਦੀ ਸਾਜਨਾ ਕੀਤੀ ਤੇ ਹਜ਼ੂਰ ਨੇ ਸਾਰੀ ਸੰਗਤ ਨੂੰ ਸੁਣਾ ਕੇ ਆਖਿਆ, ਉਦੋਂ ਸਤਿਗੁਰੂ ਆਏ ਜਲਾਲ ਅੰਦਰ, ਝੱਟ ਸੁਰਤੀ ਜੁੜੀ ਅਕਾਲ ਅੰਦਰ, ਫਿਰ ਬੋਲੇ ਕਿਸੇ ਖਿਆਲ ਅੰਦਰ, ਹੁਣ ਖਾਲਸਾ ਪੰਥ ਸਜਾਵਾਂਗਾ, ਚਿੜੀਆਂ ਤੋਂ ਬਾਜ ਤੜਾਵਾਂਗਾ। ਰਹਿਤ ਰੱਖੂ ਉਹ ਪੰਜਾਂ ਕੱਕਿਆਂ ਦੀ, ਬਾਂਹ ਫੜੂ ਜਹਾਨੋਂ ਧੱਕਿਆਂ ਦੀ, ਉਹ ਮਾਰੂ ਮੱਤ ਉਚੱਕਿਆਂ ਦੀ, ਇੱਕ ਐਸਾ ਪੰਥ ਸਜਾਵਾਂਗਾ, ਚਿੜੀਆਂ ਤੋਂ ਬਾਜ ਤੜਾਵਾਂਗਾ।
ਮੇਰੇ ਖਾਲਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਖਾਲਸੇ ਪੰਥ ਦੀ ਸਾਜਨਾ ਕਿਵੇਂ ਕੀਤੀ, ਸਹਿਬ ਰਹਿਮਤ ਕਰਨ ਤੇ ਉਹ ਕੱਲ ਦੇ ਦੀਵਾਨਾਂ 'ਚ ਸਾਂਝਾ ਕਰਾਂਗੇ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਜੀ ਦੇ ਸਟੇਜ ਸਕੱਤਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਬਾਅਦ ਪਿੱਛੇ ਆ ਕੇ ਵੀਰ ਬੈਠੇ ਬਹੁਤ ਹੀ ਸਤਿਕਾਰਯੋਗ, ਜਿਨ੍ਹਾਂ ਪੰਥ ਵਿੱਚ ਆਪਣਾ ਨਾਮ ਖੱਟਿਆ। ਆਮ ਤੌਰ ਤੇ ਲੋਕ ਕਹਿੰਦੇ ਬੂਟੇ ਤੋਂ ਅੱਗੇ ਬੂਟਾ ਨਹੀਂ ਲੱਗਦਾ, ਪਰ ਇਹਨਾਂ ਨੇ ਇਸ ਕਹਾਵਤ ਨੂੰ ਠੁਕਰਾਇਆ। ਬਹੁਤ ਸਤਿਕਾਰਯੋਗ ਸਵਰਗਵਾਸੀ ਗਿਆਨੀ ਸਰੂਪ ਸਿੰਘ ਜੀ ਸੂਰਵਿੰਡ, ਉਹਨਾਂ ਦਾ ਜਥਾ ਇੱਥੇ ਪਹੁੰਚਿਆ। ਜਿਉ ਆਇਆਂ ਨੂੰ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।